ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹੋ ਗਏ ਹਾਂ ਹਾਜ਼ਰ ਤੇ ਬਿਲਕੁਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਵੀਰ ਗੁਰਪਾਲ ਸਿੰਘ ਜੀ ਉੱਪਰ ਹੁਣੀ ਆਉਂਦੇ ਹੁੰਦੇ ਆ ਤੇ ਜਿਹੜੇ ਤੁਹਾਡੇ ਸਵਾਲ ਹੁੰਦੇ ਆ ਸਾਨੂੰ ਪਤਾ ਕਿ ਸਾਰਿਆਂ ਦੇ ਹੀ ਇੰਪੋਰਟੈਂਟ ਹੁੰਦੇ ਆ, ਪਰ ਕੋਸ਼ਿਸ਼ ਕਰੀਦੀ ਆ ਕਿ ਵੱਧ ਤੋਂ ਵੱਧ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਲਏ ਜਾਣ ਕਿ ਜਿਹੜੀ ਢੁਕਵੀਂ ਜਾਣਕਾਰੀ ਆ ਕੀ ਅਪਡੇਟਸ ਆ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ। ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਜਿੱਥੇ ਕਿਤੇ ਵੀ ਹੋਵੋਗੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਆ ਕਿ ਇਸ ਸਮੇਂ ਦੇ ਉੱਤੇ ਜੇ ਸਭ ਤੋਂ ਵੱਧ ਜਿਹੜੀ ਮਹਾਮਾਰੀ ਦਾ ਪ੍ਰਭਾਵ ਆ ਇੰਡੀਆ ਦੇ ਵਿੱਚ ਆ ਤੇ ਉੱਥੇ ਦਿਨ ਕਿੰਨੀਆਂ ਜਾਨਾਂ ਜਾ ਰਹੀਆਂ, ਕਿੰਨੀਆਂ ਲਿਸਟ 'ਤੇ ਆ ਰਹੀਆਂ ਤੇ ਕਿੰਨੀਆਂ ਬਿਨਾਂ ਲਿਸਟ ਤੋਂ ਹੀ ਜਿਹੜੀਆਂ ਆ ਉਹ ਜਾਨਾਂ ਜਾ ਰਹੀਆਂ। ਇਹ ਸਾਰੀਆਂ ਚੀਜ਼ਾਂ ਪਹਿਲੇ ਦਿਨ ਤੋਂ ਹੀ ਆਪਾਂ ਰੌਲਾ ਪਾਉਂਦੇ ਆ ਰਹੇ ਸੀਗੇ ਕਿ ਆਪਣਾ ਆਪਣੇ ਆਂਢ ਗੁਆਂਢ ਦਾ ਸਾਰਿਆਂ ਨੇ ਖਿਆਲ ਰੱਖਣਾ ਤੇ ਜਿੱਥੇ ਆਪਣਾ ਆਪਣੇ ਆਂਢ ਗੁਆਂਢ ਦਾ ਖਿਆਲ ਰੱਖਣਾ ਉੱਥੇ ਇੱਕ ਚੀਜ਼ ਇਹ ਆ ਕਿ ਅਰਦਾਸ ਜ਼ਰੂਰ ਸਾਰਿਆਂ ਨੇ ਕਰਨੀ ਆ ਕਿ ਪਰਮਾਤਮਾ ਜਲਦ ਤੋਂ ਜਲਦ ਇਸ ਮਹਾਮਾਰੀ ਤੋਂ ਸਾਡਾ ਛੁਟਕਾਰਾ ਕਰਾਵੇ, ਇਹ 'ਤੇ ਕਾਬੂ ਪਾਈਏ। ਸਾਰੇ ਜਣੇ ਰਲ ਮਿਲ ਕੇ ਅਰਦਾਸ ਕਰੀਏ ਕਿ ਹਰ ਇੱਕ ਪ੍ਰਾਣੀ ਜਿਹੜੀ ਕੋਈ ਵਿਛੜੀ ਹੋਈ ਰੂਹ ਆ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਹਰ ਇੱਕ ਨੂੰ ਤੰਦਰੁਸਤੀ ਬਖਸ਼ੇ। ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵੀਰ ਜੀ ਹੁਣਾਂ ਨਾਲ। ਸਤਿ ਸ਼੍ਰੀ ਅਕਾਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਨਾਲ ਸਾਰੇ KTV ਦੇ ਦਰਸ਼ਕ ਜਿੱਥੇ ਵੀ ਹੋਣਗੇ ਮੇਰੇ ਵੱਲੋਂ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿੱਦਾਂ ਵੀਰ ਜੀ, ਠੀਕ ਠਾਕ ਹੋ? ਠੀਕ ਠਾਕ, ਇੱਥੇ ਆਪਾਂ ਫੇਰ ਵੀ ਠੀਕ ਠਾਕ ਹੈਗੇ ਆ। ਤੁਸੀਂ ਹੁਣੀ ਗੱਲ ਛੇੜੀ ਹੈਗੀ ਇੰਡੀਆ ਦੇ ਵਿੱਚ ਕਰੋਨਾ ਵਾਇਰਸ ਦੇ ਵਿੱਚ ਜੋ ਡੈਥਸ ਹੋ ਰਹੀਆਂ ਹੈਗੀਆਂ, ਇਨਫੈਕਟ ਮੈਂ ਕਹਿੰਦਾ ਬਿਲੀਵੇਬਲ ਹੋਈਆਂ। ਕਹਿੰਦੇ 2 ਲੱਖ ਤੋਂ ਉੱਪਰ ਮੌਤਾਂ ਆਲਰੇਡੀ ਹੋ ਚੁੱਕੀਆਂ। ਐਵਰੀ 4 ਮਿੰਟਸ ਕਹਿੰਦੇ ਇੱਕ ਜਾਨ ਗਵਾ ਹੋ ਰਹੀ ਹੈਗੀ ਹੈ। ਤਾਂ ਅਫੀਸ਼ੀਅਲ ਫਿਗਰ ਤਾਂ ਹਲੇ ਵੀ ਨਹੀਂ ਪਤਾ ਹੈਗਾ, ਅਨਅਫੀਸ਼ੀਅਲ ਕਿੰਨੇ ਕੁ ਡੈਥਸ ਹੋ ਚੁੱਕੇ ਹੈ। ਪਰ ਅਗਰ ਖਿਆਲ ਰੱਖਣਾ, ਆਪਣਾ ਖਿਆਲ ਰੱਖਣਾ ਹੈਗਾ। ਇੱਥੇ ਤਾਂ ਆਪਾਂ ਦੇਖ ਚੁੱਕੇ ਪਿਛਲੇ ਆਪਾਂ ਸਾਲ ਦੇ ਵਿੱਚ ਲੋਕਡਾਊਨ ਆਪਾਂ ਕਿੰਨੀ ਕੁ ਪਾਬੰਦੀ ਰੱਖੀ ਹੈਗੀ ਆ। ਆਪਾਂ ਸੇਫਟੀ, ਆਪਾਂ ਸੋਸ਼ਲ ਡਿਸਟੈਂਸਿੰਗ, ਮਾਸਕਸ, ਤਾਂ ਇੱਦਾਂ ਲੱਗਦਾ ਕਈ ਵਾਰੀ ਇੱਥੇ ਸਰਕਾਰ ਨੇ ਜਿੰਨੀ ਸਖਤਾਈ ਕੀਤੀ ਸਾਡੇ ਭਲੇ ਲਈ ਕੀਤੀ ਹੈਗੀ ਆ। ਤਾਂ ਆਪਾਂ ਜਿੰਨੇ ਵੀ ਦੇਖਦੇ ਹਾਂ ਇੰਡੀਆ 'ਚ ਬੇਸ਼ੱਕ ਰੈਲੀਆਂ ਦੇਖਦੇ ਹੈਗੇ ਆ ਜਾਂ ਆਪਾਂ ਰਿਸ਼ਤੇਦਾਰ ਵੱਲ ਵੀ ਆਪਾਂ ਦੇਖੀਦੇ ਹੈਗੇ, ਵਿਆਹ ਦਿਨ ਵੀ ਸੌਦਾ ਆਪਾਂ ਦੇਖਦੇ ਹਾਂ। ਇੱਦਾਂ ਲੱਗਦਾ ਸ਼ਾਇਦ ਉਹਨਾਂ ਨੇ ਪਾਬੰਦੀ ਨਹੀਂ ਰੱਖੀ ਜਿੰਨੀ ਰੱਖਣੀ ਚਾਹੀਦੀ ਸੀ, ਤਾਂ ਉਹਦਾ ਨੁਕਸਾਨ ਜਾਂ ਉਹਦਾ ਡਾਊਨਫਾਲ ਆਪਾਂ ਹੁਣ ਦੇਖ ਰਹੇ ਹੈਗੇ। ਸੋ ਮਾਈ ਥੋਟਸ ਐਂਡ ਆਰ ਪ੍ਰੇਅਰਸ ਗੋ ਟੂ ਐਵਰੀਬਡੀ ਇਨ ਇੰਡੀਆ, especially for those that have died and loved ones who've lost their nearest and dearest. ਬਿਲਕੁਲ, ਇੰਡੀਆ ਹੀ ਨਹੀਂ ਜਿੱਥੇ ਕਿਤੇ ਵੀ ਕੋਈ ਵੀ ਜਿਹੜੀ ਕੀਮਤੀ ਜਾਨ ਇਸ ਦੁਨੀਆ ਤੋਂ ਆਪਣੀ ਜਿਹੜੀ ਆ ਜ਼ਿੰਦਗੀ ਭੋਗੇ ਤੋਂ ਬਿਨਾਂ ਚਲੇ ਜਾਂਦੀ ਆ, ਅਜਾਈ ਚਲੇ ਜਾਂਦੀ ਆ, ਉਹਦੇ ਲਈ ਸਾਰਿਆਂ ਨੂੰ ਪ੍ਰੇ ਕਰਨੀ ਚਾਹੀਦੀ ਆ। ਤੇ ਬਾਕੀ ਜਿਹੜੀ ਗੱਲਬਾਤ ਇਹ ਆ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਸਮੇਂ ਦੇ ਉੱਤੇ ਬੇਸ਼ੱਕ ਆਪਾਂ ਇੱਥੇ ਬਾਹਰ ਬੈਠੇ ਜ਼ਿਆਦਾ ਚਿੰਤਿਤ ਆ, ਪਰ ਜਦੋਂ ਪੰਜਾਬ ਦੇ ਵਿੱਚ ਫੋਨ ਕਰਕੇ ਪੁੱਛਦੇ ਆ ਉਹਨਾਂ ਨੂੰ ਤਾਂ ਉਹ ਕਹਿੰਦੇ ਨਹੀਂ ਇੰਨਾ ਹਜੇ ਬੁਰਾ ਹਾਲ ਨਹੀਂ ਹੈਗਾ, ਕੁਛ ਨਹੀਂ ਹੈਗਾ, ਤੁਸੀਂ ਫਿਕਰ ਨਾ ਕਰੋ। ਫਿਰ ਕੀ ਮੀਡੀਆ ਦੇ ਉੱਤੇ ਆ ਰਹੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ? ਕੀ ਉਹ ਬਲ ਰਹੀਆਂ ਚਿਖਾਵਾਂ? ਕੀ ਉਹ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੀਆਂ, ਜਿਹੜੀਆਂ ਦਿਲ ਨੂੰ ਹਿਲਾਉਣ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ, ਕੀ ਉਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ? ਕਿਤੇ ਨਾ ਕਿਤੇ ਸਾਨੂੰ ਇਸ ਹਊ ਪਰੇ ਤੋਂ ਉੱਪਰ ਉੱਠ ਕੇ ਸੋਚਣਾ ਪਊਗਾ, ਆਪਣਾ ਬਚਾਅ ਕਰਨਾ ਪਊਗਾ, ਆਪਣੇ ਆਂਢ ਗੁਆਂਢ ਦਾ ਬਚਾਅ ਕਰਨਾ ਪਊਗਾ, ਤਾਂ ਹੀ ਜਲਦ ਤੋਂ ਜਲਦ ਆਪਾਂ ਇਸ ਮਹਾਮਾਰੀ ਦੇ ਉੱਤੇ ਕਾਬੂ ਪਾ ਸਕਦੇ ਹਾਂ। ਤੇ ਵੀਰ ਜੀ ਹੁਣ ਸਾਨੂੰ ਸਾਰਿਆਂ ਨੂੰ ਇਹ ਤਾਂ ਪਤਾ ਲੱਗੇਗਾ ਕਿ ਇੰਡੀਆ ਪਾਕਿਸਤਾਨ ਇਸ ਟਾਈਮ ਰੈੱਡ ਲਿਸਟ 'ਤੇ ਆ ਤੇ ਜਿਹੜੇ ਵਿਜ਼ਟਰਸ ਆ ਜਿੱਥੇ ਕਿਤੇ ਸੀਗੇ ਇਹਦੇ ਬਾਰੇ ਥੋੜ੍ਹੀ ਬਹੁਤੀ ਅਪਡੇਟਸ ਕਿ ਕੀ ਇਸ ਟਾਈਮ ਹੋ ਰਿਹਾ ਆ, ਜੇ ਰੈੱਡ ਲਿਸਟ 'ਤੇ ਪਾਏ ਨੇ ਕਿਹੜੇ ਲੋਕ ਆ ਸਕਦੇ ਨੇ, ਕਿਹੜੇ ਲੋਕ ਨਹੀਂ ਆ ਸਕਦੇ, ਜੇ ਕਿਸੇ ਨੇ ਆਉਣਾ ਜਾਂ ਜਾਣਾ। ਕਈਆਂ ਦੇ ਲੱਡੂ ਬਜਾਹ ਦੇ ਬੱਟੇ ਬਟਾਏ ਵਿਚਾਰਿਆਂ ਦੇ ਰਹਿ ਗਏ, ਚਲੋ ਹਾਸੇ ਵਾਲੀ ਗੱਲ ਨਹੀਂ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਸਭ ਤੋਂ ਪਹਿਲਾਂ ਤਾਂ ਕਿ ਰੈੱਡ ਲਿਸਟ ਦੇ ਉੱਤੇ ਕੰਟਰੀਜ਼ ਹੈਗੀਆਂ ਆ, ਕੌਣ ਆ ਸਕਦਾ ਕੌਣ ਨਹੀਂ ਆ ਸਕਦਾ, ਵਿਜ਼ਟਰਸ ਅਪਲਾਈ ਕਰ ਸਕਦੇ ਜਾਂ ਨਹੀਂ ਕਰ ਸਕਦੇ, ਸਾਰਾ ਕੁਛ ਭਾਜੀ। ਜੀ ਹਾਂਜੀ, ਬਹੁਤ ਲੋਕਾਂ ਨੂੰ ਵੜੀ ਪਈ ਹੈਗੀ ਹੈ ਬਿਕਾਜ਼ ਪਿਛਲੇ ਫਰਾਈਡੇ ਤੋਂ ਰੈੱਡ ਲਿਸਟ ਅਫੀਸ਼ੀਅਲੀ ਇੰਡੀਆ ਆ ਚੁੱਕੀ ਸੀ, ਜਿਹਦੇ ਵਿੱਚ ਲੋਕ ਹੁਣ UK ਵੀ ਆਉਣਾ ਚਾਹੁੰਦੇ ਹੈਗੇ, ਉਹਨੂੰ ਹੁਣ ਕੁਆਰੰਟੀਨ ਕਰਨ ਦੀ ਲੋੜ ਹੈਗੀ ਆ। ਪਰ ਇਹਦਾ ਦੇਖੀਏ ਕੁਆਰੰਟੀਨ ਦਾ ਮਤਲਬ ਕੀ ਹੈਗਾ ਤੇ ਕੀ ਸ਼ਰਤਾਂ ਲਾਗੂ ਹੈਗੀਆਂ ਜਿਹਦੇ ਲੋਕ ਹਲੇ ਆ ਸਕਦੇ ਹੈਗੇ ਆ। ਜਿਹੜੇ ਆਉਣਾ ਚਾਹੁੰਦੇ ਹੈਗੇ ਆਉਣ ਤੋਂ ਪਹਿਲਾਂ 3 ਦਿਨ ਐਡਵਾਂਸ ਆਉਣ ਤੋਂ ਪਹਿਲਾਂ ਤੁਹਾਨੂੰ ਕਮ ਸੇ ਕਮ ਆਪਣੇ COVID-19 ਦਾ ਨੈਗੇਟਿਵ ਟੈਸਟ ਦਾ ਰਿਜ਼ਲਟ ਦਿਖਾਉਣਾ ਹੁੰਦਾ ਹੈਗਾ। ਫਿਰ ਜਦੋਂ ਤੁਸੀਂ ਟਰੈਵਲ ਕਰਨਾ ਹੈਗਾ, ਟਰੈਵਲ ਦੇ ਵਕਤ ਤੁਸੀਂ ਆਪਣੀ ਮੈਨੇਜ ਕੁਆਰੰਟੀਨ ਫੈਸਿਲਿਟੀ ਦੇ ਨਾਲ ਤੁਹਾਨੂੰ ਆਪਣੇ PLF ਜਿਹਨੂੰ ਉਹ ਕਹਿੰਦੇ ਪੈਸੇਂਜਰ ਲੋਕੇਟਰ ਫਾਰਮ ਵੀ ਭਰਨਾ ਹੁੰਦਾ ਹੈਗਾ, ਜਿਹਦੇ ਵਿੱਚ ਤੁਸੀਂ UK ਆ ਕੇ ਜਿੱਥੇ ਤੁਸੀਂ ਰਹਿਣਾ ਹੈਗਾ ਤੁਹਾਡੀ ਬੁਕਿੰਗ ਜੋ ਹੋਟਲ ਦੀਆਂ ਹੈਗੀਆਂ ਉਹ ਵੀ ਤੁਹਾਨੂੰ ਨਾਲ ਦੀ ਨਾਲ ਐਡਵਾਂਸ ਫਿਰ ਦੱਸਣਾ ਹੁੰਦਾ ਹੈਗਾ। ਅਤੇ ਜਿਹਨੇ ਆ ਕੇ ਫਿਰ ਹੋਟਲ 'ਚ ਰਹਿਣਾ ਹੈਗਾ ਆ ਬਿਕਾਜ਼ 10 ਦਿਨ ਦੀ ਕੁਆਰੰਟੀਨ ਹੈਗੀ ਹੈ, ਉਹਦਾ ਖਰਚਾ ਜੋ ਹੈਗਾ 1750 ਪੌਂਡ ਹੈਗਾ ਪਰ ਪਰਸਨ। ਅੱਗੇ ਉਹਦੇ ਨਾਲ ਤੁਹਾਡਾ ਕੋਈ ਐਡੀਸ਼ਨਲ ਨਾਲ ਬੱਚਾ ਵੀ ਅੱਗੇ ਨਾਲ ਆ ਰਿਹਾ ਹੈਗਾ ਜੋ 11 ਸਾਲ ਤੋਂ ਉੱਪਰ ਹੈਗਾ, 650 ਪੌਂਡ ਦੀ ਫੀਸ ਅਲੱਗ ਉਹਦੀ ਹੋਗੀ ਅਤੇ 325 ਹੋ ਗਏ ਜੋ ਬੱਚਾ 5 ਤੋਂ 11 ਸਾਲ ਦੇ ਵਿੱਚ ਹੈਗਾ। 10 ਦਿਨ ਤੁਹਾਨੂੰ ਲਗਾਤਾਰ ਕੁਆਰੰਟੀਨ ਹੋਟਲ 'ਚ ਰਹਿਣਾ ਪਊਗਾ ਜੋ ਲਿਸਟ ਇਹਨਾਂ ਦੇ ਮੁਤਾਬਿਕ ਹੈਗੀ ਆ। ਹੋਟਲ ਦੇ ਲਿਸਟ ਹੈਗੀ ਹੈ ਕਿ ਦੇਖੀ ਜਾਏ ਹੀਥਰੋ ਏਅਰਪੋਰਟ, ਗੈਟਵਿਕ, ਲੰਡਨ ਸਿਟੀ ਏਅਰਪੋਰਟ, ਬਰਮਿੰਗਮ, ਬ੍ਰਿਸਟਲ
ਤੇ ਨਾਲ ਫਾਰਮਬਰਾ 에ਅਰਪੋਰਟ ਹੈਗੇ ਜਿੱਥੇ ਤੁਹਾਨੂੰ ਆ ਸਕਦੇ ਹੈਗੇ ਆ। ਉਸ ਸਮੇਂ ਦੇ ਵਿੱਚ 2nd ਡੇ ਤੇ 8th ਡੇ ਦੇ ਬਾਅਦ 'ਚ ਵੀ ਤੁਹਾਨੂੰ ਆਪਣੇ ਦੁਬਾਰਾ ਟੈਸਟ ਦੇਣੇ ਪਊਗੇ ਹੈਗੇ ਜੋ ਹੈਗੇ ਕੋਵਿਡ ਨੈਗੇਟਿਵ ਹੋਣਾ ਚਾਹੀਦਾ ਹੈਗਾ। ਤਾਂ ਉਸ ਦੌਰਾਨ ਦੇ ਵਿੱਚ ਨਾ ਤੁਸੀਂ ਕੋਈ ਵਿਜ਼ਟਰ ਆ ਸਕਦਾ ਤੁਹਾਨੂੰ ਮਿਲਣ ਵਾਸਤੇ, ਬਾਹਰ ਵੀ ਨਹੀਂ ਤੁਸੀਂ ਜਾ ਸਕਦੇ ਹੈਗੇ। ਕਈ ਕੰਡੀਸ਼ਨਾਂ ਹੈਗੀਆਂ ਜਿੱਦਾਂ ਅੱਗੇ ਕੋਈ ਐਮਰਜੈਂਸੀ ਹੋਈ ਹੈ, ਕਿਸੇ ਦੀ ਡੈਥ ਹੈ, ਕਿਸੇ ਦੀ ਫਿਊਨਰਲ, ਜਿਹਦੇ ਵਿੱਚ ਤੁਹਾਡੇ ਪ੍ਰੋਟੈਕਟਿਵ ਕਲੋਥਿੰਗ ਪ੍ਰੋਟੈਕਟਿਵ ਗੇਅਰ ਦੇ ਨਾਲ ਤੁਹਾਨੂੰ ਇਜਾਜ਼ਤ ਦਿੱਤੀ ਜਾਊਗੀ ਜਾਣ ਵਾਸਤੇ ਲਈ। ਇਹ ਕੰਡੀਸ਼ਨਾਂ ਰੱਖੀਆਂ ਹੈਗੀਆਂ ਜਿਹਦੇ ਲੋਕ ਹੁਣ ਵਾਪਸ ਆਉਣਾ ਚਾਹੁੰਦੇ ਹੈਗੇ। ਹੁਣ ਕੌਣ ਆ ਸਕਦੇ ਵਾਪਸ? ਪਹਿਲੀ ਤਾਂ ਉਹ ਲੋਕ ਆ ਸਕਦੇ ਜੋ ਬ੍ਰਿਟਿਸ਼ ਸਿਟੀਜ਼ਨਸ ਹੈਗੇ ਆ ਜੋ ਵਾਪਸ ਆ ਰਹੇ ਆ ਆਪਣੇ ਘਰਾਂ ਵਿੱਚ, ਜਾਂ ਦੋਸਤ ਲੋਕਾਂ ਨੂੰ ਜਿਹਨਾਂ ਕੋਲ ਲੀਵ ਟੂ ਐਂਟਰ ਜਾਂ ਲੀਵ ਟੂ ਰਿਮੇਨ ਯੂਕੇ 'ਚ ਆਲਰੇਡੀ ਹੈ, ਜਿਹਦੇ ਵਿੱਚ 2.5 ਸਾਲ ਦੇ ਵੀਜ਼ੇ ਹੋਏ, ਸਟੂਡੈਂਟ ਵੀਜ਼ੇ ਵਾਲੇ ਹੋਏ, EUSS ਜੋ ਸੈਟਲ ਸਟੇਟਸ ਜਾਂ ਪ੍ਰੀ ਸੈਟਲ ਸਟੇਟਸ ਦੇ ਬੇਸ 'ਤੇ ਆਉਣਾ ਚਾਹੁੰਦੇ ਹੈਗੇ ਆ, ਸਟੂਡੈਂਟਸ ਵੀ ਆ ਸਕਦੇ ਹੈਗੇ। ਇੱਕ ਹੀ ਮੇਨ ਕੈਟੇਗਰੀ ਹੈਗੀ ਜੋ ਹੁਣ ਨਹੀਂ ਵਾਪਸ ਆ ਸਕਦੇ ਇਸ ਵਕਤ, ਉਹ ਹੈਗੇ ਵਿਜ਼ਿਟਰਸ। ਸੋ ਕਿ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਵੀਜ਼ਾ ਅੱਗੇ ਭੇਜਿਆ ਸੀ ਇੱਥੇ ਆਉਣ ਵਾਸਤੇ, ਰਾਹਦਾਰੀ ਦੇ ਨਾਲ ਲੱਗ ਗਿਆ ਵੀਜ਼ਾ ਤਾਂ ਆਉਣਾ ਚਾਹੁੰਦੇ ਸੀ, ਟਿਕਟ ਵੀ ਬੁੱਕ ਕੀਤੀ ਸੀ, ਹਾਂ ਹੁਣ ਉਹਨੂੰ ਰੋਕਣਾ ਪਊਗਾ ਜਾਂ ਅੱਗੇ ਡੇਟ ਪਾਉਣੀ ਪਊਗੀ। ਅਤੇ ਜਿਹਨਾਂ ਅੱਗੇ ਐਪਲੀਕੇਸ਼ਨ ਦਰਜ ਵੀ ਕੀਤੀ ਅਸੀਂ ਬ੍ਰਿਟਿਸ਼ ਹਾਈ ਕਮਿਸ਼ਨ ਦੇ ਨਾਲ, ਅੱਗੇ ਤੁਹਾਡੇ ਕੋਲ ਕੋਈ ਐਪਲੀਕੇਸ਼ਨ ਹੈ ਬ੍ਰਿਟਿਸ਼ ਹਾਈ ਕਮਿਸ਼ਨ ਸਾਹਮਣੇ, ਉਹ ਹੁਣ ਪੈਂਡਿੰਗ ਹੋਈ ਨਹੀਂ। ਬ੍ਰਿਟਿਸ਼ ਹਾਈ ਕਮਿਸ਼ਨ ਸਾਰੇ ਵਿਜ਼ਟਰ ਕੇਸਿਸ ਹੁਣ ਹੋਲਡ 'ਤੇ ਪਾਤੇ ਹੈਗੇ ਜਿੰਨ ਤੱਕ ਆਪਾਂ ਰੈੱਡ ਲਿਸਟ 'ਚੋਂ ਬਾਹਰ ਨਹੀਂ ਨਿਕਲਦੇ ਹੈਗੇ। ਹੁਣ ਇਸ਼ੂ ਇਹ ਪਈ ਹੈਗੀ ਆ, ਲੋਕਾਂ ਨੇ ਜੋ ਰਾਹਦਾਰੀਆਂ ਪਾਉਣੀਆਂ ਸੀ, ਜੋ ਦਿਨ ਸੋਚੀ ਫੰਕਸ਼ਨ ਸੀ, ਮੈਂ ਇਹ ਕਹੂੰਗਾ ਸਾਰਿਆਂ ਨੂੰ ਰੈੱਡ ਲਿਸਟ ਵੱਲ ਧਿਆਨ ਦਿਓ। ਜਿੰਨ ਤੱਕ ਉੱਧਰੋਂ ਕਲੀਅਰੈਂਸ ਨਹੀਂ ਆਉਂਦੀ ਹੈਗੀ ਉਦੋਂ ਤੱਕ ਐਪਲੀਕੇਸ਼ਨ ਬੇਸ਼ੱਕ ਰਾਹਦਾਰੀ ਆਪਾਂ ਭੇਜਦੇ ਹੈਗੇ, ਪਰ ਇੰਡੀਆ 'ਚ ਐਪਲੀਕੇਸ਼ਨ ਪਾਉਣ ਦਾ ਫਾਇਦਾ ਨਹੀਂ ਹੁਣ ਹੈਗਾ। ਬਿਲਕੁਲ ਜਿਹੜੀਆਂ ਚੀਜ਼ਾਂ ਨੇ ਇਹਨਾਂ ਸਾਰਿਆਂ ਨੂੰ, ਕਿਉਂਕਿ ਗੌਰਮੈਂਟ ਜਿਹੜੀ ਆ ਕਿਤੇ ਨਾ ਕਿਤੇ ਜੇ ਸਟ੍ਰਿਕਟ ਹੋ ਰਹੀ ਆ, ਜੇ ਕੋਈ ਕੰਮ ਕਰ ਰਹੀ ਆ, ਉਹ ਸਾਡੀ ਜਾਨ ਬਚਾਉਣ ਨੂੰ, ਤੁਹਾਡੀ ਜਾਨ ਬਚਾਉਣ ਨੂੰ, ਤਾਂ ਕਿ ਆਪਾਂ ਜਲਦ ਤੋਂ ਜਲਦ ਇਹਦੇ ਉੱਤੇ ਕਾਬੂ ਪਾ ਸਕੀਏ। ਜੇ ਡਿਊਰਿੰਗ ਦੀ ਲੋਕਡਾਊਨ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿੰਨੇ ਜਿਹੜੇ ਕੇਸ ਨੇ ਉਹ ਲੋ ਹੋ ਜਾਂਦੇ ਨੇ ਜਦੋਂ ਲੋਕਡਾਊਨ ਖੁੱਲ੍ਹਦਾ ਆ, ਅਤੇ ਜਦੋਂ ਆਪਾਂ ਇੱਕ ਦੂਜੇ ਨੂੰ ਮਿਲਦੇ ਵਰਤਦੇ ਹਾਂ ਤਾਂ ਦੁਬਾਰਾ ਇਹ ਜਿਹੜੀ ਬਿਮਾਰੀ ਆ ਉੱਭਰਨ ਲੱਗ ਪੈਂਦੀ ਆ। ਬੇਸ਼ੱਕ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਵੀ ਪਤਾ ਕਿ ਦੁਬਾਰਾ ਇੱਕ ਵਾਰੀ ਫੇਰ ਇਹਦੀ ਜਿਹੜੀ 3rd ਵੇਵ ਆ ਉਹ ਸਾਨੂੰ ਦੇਖਣ ਨੂੰ ਮਿਲੂਗੀ, ਪਰ ਉਹ ਇੰਨੀ ਜ਼ਿਆਦਾ ਸਟਰੋਂਗ ਨਹੀਂ ਹੋਊਗੀ ਜੇ ਅਸੀਂ ਸਾਰੇ ਜਣੇ ਆਪੋ ਆਪਣੇ ਸਮੇਂ ਦੇ ਅਨੁਸਾਰ ਆਪਣਾ ਜਿਹੜਾ ਵੈਕਸੀਨ, ਜਿਹੜਾ ਸਾਡਾ ਟੀਕਾ ਆ ਉਹ ਲਗਵਾ ਲੈਂਦੇ ਆ, ਗੌਰਮੈਂਟ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ, ਗੌਰਮੈਂਟ ਦੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਆ। ਇਹ ਬਹੁਤ ਜ਼ਰੂਰੀ ਆ। ਤੇ ਜੇ ਪੰਜਾਬ ਦੀ ਧਰਤੀ ਤੋਂ ਹੀ ਕੱਲ੍ਹ ਭਾਜੀ ਉਹਨਾਂ ਨੇ ਕੀਤੀ ਕਿ 3 ਦਿਨ ਪਹਿਲਾਂ ਤੁਹਾਨੂੰ COVID-19 ਦਾ ਟੈਸਟ ਕਰਾਉਣਾ ਪੈਣਾ, ਆ ਮੇਰੀ ਦੋਨੇ ਹੱਥ ਬੰਨ੍ਹ ਕੇ ਬੇਨਤੀ ਆ, ਆਪਣੀ ਜਾਨ ਤੇ ਪਤਾ ਨਹੀਂ ਹੈਗਾ ਤੁਹਾਨੂੰ ਆਪਣੀ ਜਾਨ ਕਿੰਨੀ ਕੁ ਪਿਆਰੀ ਹੈ, ਪਰ ਦੂਸਰੇ ਦੀ ਜਾਨ ਦਾ ਜ਼ਰੂਰ ਖਿਆਲ ਰੱਖਿਓ। ਪਤਾ ਤੁਹਾਨੂੰ ਸਾਰਿਆਂ ਨੂੰ ਆ, ਪਤਾ ਮੈਨੂੰ ਵੀ ਆ ਕਿ ਰੈਕੋਰਡ ਦੇ ਵਿੱਚ ਕਿੱਦਾਂ ਦੇ ਪੇਪਰ ਜਿਹੜੇ ਆ ਰਿਜ਼ਲਟ ਤੁਸੀਂ ਬਣਾ ਕੇ ਇੱਥੇ ਆਉਂਦੇ ਆ ਭਾਜੀ। ਇਹ ਨਾ ਸੋਚੋ ਕਿ ਦੇਖੋ ਮੈਂ ਹਰ ਇੱਕ ਪੰਜਾਬੀ ਜਿਹੜਾ ਤੁਸੀਂ ਆਪਾਂ ਹਮੇਸ਼ਾ ਗੱਲ ਸਰਬੱਤ ਦੇ ਭਲੇ ਦੀ ਕਰਦੇ ਹਾਂ। ਜੇ ਸਰਬੱਤ ਦਾ ਭਲਾ ਤਾਂ ਹੀ ਆ ਜੇ ਕਿਸੇ ਦੀ ਜਾਨ ਜਿਹੜੀ ਬਚਾ ਲਵੇ, ਇਸ ਤੋਂ ਵੱਡਾ ਭਲਾ ਨਹੀਂ ਹੋ ਸਕਦਾ ਹੈਗਾ। ਜ਼ਰੂਰੀ ਆ ਕਿ ਜਿਹੜਾ COVID-19 ਦਾ ਟੈਸਟ ਜੇ ਤੁਸੀਂ ਪੰਜਾਬ ਦੇ ਵਿੱਚ ਕਰਾ ਰਹੇ ਆ ਤਾਂ ਸਹੀ ਤਰੀਕੇ ਦੇ ਨਾਲ ਕਰਾਇਓ। ਜੇ ਤੁਹਾਨੂੰ ਹੈਗਾ ਆ ਉੱਥੇ ਰਹਿ ਕੇ ਜਿੱਥੇ ਅੱਗੇ ਨਾ ਚੱਲ ਰਹੇ ਆ 10 ਦਿਨ ਰਹਿ ਕੇ ਆਪਣਾ ਕੁਆਰੰਟੀਨ ਕਰਕੇ ਆਪਣਾ ਨੈਗੇਟਿਵ ਟੈਸਟ ਜਿਹੜਾ ਸਹੀ ਤਰੀਕੇ ਦੇ ਨਾਲ ਕਰਵਾ ਕੇ ਤਾਂ ਹੀ ਇੱਥੇ ਆਇਓ। ਇਹ ਨਾ ਹੋਵੇ ਕਿ ਤੁਹਾਨੂੰ ਕੁਝ ਹੋਵੇ ਨਾ, ਤੁਸੀਂ ਕਿਸੇ ਹੋਰ ਨੂੰ ਪਾਸ ਆਨ ਕਰ ਦਿਓ ਤੇ ਉਹ ਵਿਚਾਰਾ ਜਾਂਦਾ ਲੱਗੇ। ਸੱਤੀ ਮੈਂ ਇੱਕ ਚੀਜ਼ ਹੋਰ ਵੀ ਕਹਿਣਾ ਚਾਹੁੰਦਾ, ਮੈਨੂੰ ਪਤਾ ਬਹੁਤ ਲੋਕ ਪਿਛਲੇ ਆਪਾਂ ਦੇਖੀਏ 3 ਮਹੀਨੇ ਦੇ ਵਿੱਚ ਕਾਫੀ ਸਾਡੇ NRIs ਬ੍ਰਿਟਿਸ਼ਰਸ ਇੱਥੇ UK ਦੇ ਵਿੱਚ ਇੰਡੀਆ ਜਾਂਦੇ ਰਹੇ ਹੈਗੇ ਆ। ਕੋਈ ਆਪਣੇ ਫੰਕਸ਼ਨ ਅਟੈਂਡ ਕਰਨ ਵਾਸਤੇ, ਕੋਈ ਆਪਣੇ ਵਿਆਹ ਅਟੈਂਡ ਕਰਨ ਵਾਸਤੇ, ਕੋਈ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਵਾਸਤੇ। ਹਾਲੇ ਤੱਕ ਇਹ ਦੇਖੀਏ UK ਦੇ ਵਿੱਚ ਆਪਾਂ ਲੋਕਡਾਊਨ ਦੇ ਵਿੱਚ ਸੀ। ਲੋਕਡਾਊਨ ਦੇ ਵਿੱਚ ਮਤਲਬ ਇਹ ਸੀ ਆਪਾਂ ਮਨਾ ਕੀਤਾ ਗਿਆ ਸੀ ਟਰੈਵਲ ਕਰਨ ਵਾਸਤੇ, ਪਰ ਮੈਨੂੰ ਆਪ ਖੁਦ ਪਤਾ ਕਈ ਲੋਕ ਫੇਰ ਵੀ ਬਗੈਰ ਮਤਲਬ ਤੋਂ ਜਾ ਰਹੇ ਸੀ ਬਿਕਾਜ਼ ਸਾਨੂੰ ਕੋਲ ਇੱਕ ਰੀਜ਼ਨਲ ਐਕਸਕਿਊਜ਼ ਦੇ ਉੱਪਰ ਆਪਾਂ ਜਾ ਸਕਦੇ ਸੀ। ਮੈਂ ਕਹਿੰਦਾ ਸਾਡੀ ਵੀ ਇੱਕ ਰਿਸਪੋਂਸਿਬਿਲਿਟੀ ਬਣਦੀ ਹੈਗੀ ਆ। ਆਪਾਂ ਇੱਕ ਹਿਊਮੈਨਿਟੀ ਦੇ ਰੂਪ ਦੇ ਵਿੱਚ ਵੀ ਆਪਾਂ ਕੰਡੀਸ਼ਨਾਂ ਸਖਤਾਈ ਦੇ ਨਾਲ ਆਪਾਂ ਰਹੋਗੇ ਤਾਂ ਦੂਸਰਾ ਵੀ ਸਾਡੇ ਵੱਲ ਦੇਖ ਕੇ ਵੀ ਸਖਤਾਈ ਕਰੂਗਾ। ਜੇ ਆਪਾਂ ਆਪ ਢਿੱਲ ਕਰਨ ਲੱਗ ਜਾਂਦੇ ਹੈਗੇ ਤਾਂ ਆਬਵੀਅਸਲੀ ਦੂਸਰੇ ਨੇ ਕਹਿਣਾ ਹੀ ਹੈਗਾ ਉਹ ਵੀ ਗਿਆ ਸੀ, ਆਪਾਂ ਵੀ ਇੱਕ ਬਹਾਨਾ ਲਾ ਕੇ ਚੱਲ ਜਨੇ। ਸੋ ਜ਼ਰੂਰ ਟੀਕਾ ਲਾਉਣ ਦੀ ਕੋਸ਼ਿਸ਼ ਕਰੋ। ਇੰਡੀਆ 'ਚ ਵੀ ਨਹੀਂ ਬੇਨਤੀ ਹੈਗੀ ਕਿ ਉੱਥੇ ਵੀ ਕਾਫੀ ਲੋਕ ਡਰਦੇ ਹੈਗੇ ਆ ਟੀਕਾ ਉੱਥੇ ਲਾਉਣ ਵਾਸਤੇ। ਇੱਥੇ ਵੀ ਰਿਪੋਰਟਸ ਆ ਚੁੱਕੀ ਹੈਗੀ, ਕਹਿੰਦੇ ਇੱਕ ਸਿੰਗਲ ਟੀਕਾ ਪਤਾ ਡਬਲ ਡੋਜ਼ ਦਾ, ਪਰ ਕਹਿੰਦੇ ਸਿੰਗਲ ਟੀਕੇ ਦੇ ਨਾਲ ਵੀ ਕਾਫੀ ਅਸਰ ਪੈ ਰਿਹਾ ਹੈਗਾ। ਸੋ ਇੰਡੀਆ ਦੇ ਵਿੱਚ ਜਿੰਨੇ ਜ਼ਿਆਦਾ ਲੋਕਾਂ ਨੂੰ ਇਹ ਟੀਕਾ ਮਿਲੂਗਾ ਤਾਂ ਮੈਨੂੰ ਪਤਾ ਗਿਣਤੀ ਕਾਫੀ ਲੋਕਾਂ ਨੂੰ ਹੋ ਚੁੱਕੀ ਹੈਗੀ ਹੈ, ਪਰ ਜਿਹੜੀ ਪਰਸੈਂਟੇਜ ਆਫ ਗਿਣਤੀ ਹੈਗੀ ਹੈ ਇੰਡੀਆ ਦੇ ਪੋਪੂਲੇਸ਼ਨ ਦੇ ਸਾਹਮਣੇ ਹਾਲੇ ਵੀ ਬਹੁਤ ਥੋੜ੍ਹੀ ਹੈਗੀ ਹੈ। ਸੋ ਖਿਆਲ ਰੱਖਣਾ ਪਊਗਾ। ਇੰਡੀਆ ਮੇਰੇ ਹਿਸਾਬ ਨਾਲ ਟਾਈਮ ਲੱਗਣਾ ਹੈਗਾ ਬਿਕੋਜ਼ ਹਲੇ ਪੀਕ ਪਹੁੰਚੂਗੀ, ਪੀਕ ਦੇ ਬਾਅਦ ਪਲਾਟੋ ਹੋਊਗੀ ਤਾਂ ਪਲਾਟੋ ਦੇ ਬਾਅਦ ਨੀਵਾਂ ਹੋਊਗਾ ਰਿਜ਼ਲਟਸ। ਸੋ ਜਿੱਦਾਂ ਸਾਨੂੰ ਆਪਾਂ ਦੇਖਿਆ ਜਾਏ ਪਿਛਲੇ ਨਵੰਬਰ ਦਸੰਬਰ ਤੋਂ ਲੈ ਕੇ ਹੁਣ ਅਪ੍ਰੈਲ ਤੱਕ ਆ ਕੇ ਸਾਨੂੰ ਕੁਆਰੰਟੀਨ 'ਚ ਮਸੀਂ ਮੌਕਾ ਮਿਲਿਆ ਬਾਹਰ ਨਿਕਲਣ ਵਾਸਤੇ ਬਿਕੋਜ਼
17 ਮਈ ਹੁਣ ਨੈਕਸਟ ਕ੍ਰੂਸ਼ਲ ਡੇਟ ਹੈਗੀ ਹੈ ਜਿਹਦੇ ਵਿੱਚ ਨਵੇਂ ਰੂਲਸ ਰਿਲੈਕਸ ਹੋਣੇ ਹੈਗੇ। ਮੇਰੇ ਹਿਸਾਬ ਨਾਲ ਇੰਡੀਆ ਵੀ ਇਸੇ ਰਸਤੇ ਜਾਊਗਾ। ਸੋ ਆਪਣਾ ਤਾਂ ਆਪਣਾ ਖਿਆਲ ਰੱਖੋ ਤੇ ਇੰਡੀਆ ਜਿਹੜੇ ਲੋਕ ਸੂਰਤ ਤੇ ਜਾਣ ਵਾਸਤੇ ਤਾਂ ਹੁਣ ਤਾਂ ਮੈਂ ਕਹੂੰਗਾ ਬਿਲਕੁਲ ਸ਼ਾਇਦ ਤੁਹਾਡੀ ਹੁਣ ਕੈਂਸਲੇਸ਼ਨ ਹੋ ਚੁੱਕੀ ਹੈਗੀ ਹੈ। ਤੇ ਇੰਡੀਆ ਵਿੱਚ ਜਿਹੜੇ ਲੋਕ ਅੱਗੇ ਆਉਣ ਵਿੱਚ ਹੁੰਦੇ ਮੈਂ ਪਹਿਲਾਂ ਵੀ ਕਹਿ ਚੁੱਕਾ ਹੈਗਾ ਤੁਸੀਂ ਹੁਣ ਆ ਨਹੀਂ ਸਕਦੇ ਅਨਲੈਸ ਤੁਸੀਂ ਉਸ ਕੈਟੇਗਰੀ ਦੇ ਵਿੱਚ ਹੈਗੇ ਜੋ ਮੈਂ ਕਿਹਾ ਹੈਗਾ। ਤੇ ਇਹਦੇ ਵਿੱਚ ਮੈਂ ਵੀ ਕਹੂੰਗਾ ਕਈ EU ਸੈਟਲ ਸਟੇਟਸ ਜੋ ਪੇਰੈਂਟਸ ਨੇ ਆਪਣੇ ਵੀਜ਼ੇ ਅਪਲਾਈ ਕੀਤੇ ਸੀ ਆਉਣ ਵਾਸਤੇ ਜਿਹਨਾਂ ਕੋਲ 6-6 ਮਹੀਨੇ ਵੀਜ਼ੇ ਮਿਲ ਗਏ ਸੀ ਉਹ ਵੀ ਡਰਦੇ ਹੈਗੇ ਕਹਿੰਦੇ ਸਾਡਾ ਵੀਜ਼ਾ ਤਾਂ ਹੁਣ ਅੱਗੇ ਮਿਲਿਆ ਹੈਗਾ ਸੈਪਟੈਂਬਰ ਤੱਕ ਹੈਗਾ ਤੇ ਅੱਗੇ ਆਪਾਂ 30 ਜੂਨ ਤੋਂ ਪਹਿਲਾਂ ਨਹੀਂ ਆਉਂਗੇ ਤਾਂ ਸ਼ਾਇਦ ਸਾਡਾ ਵੀਜ਼ਾ ਅੱਗੇ ਵਧੂਗਾ ਨਹੀਂ। ਡਰਿਓ ਨਾ, ਸਪੈਸ਼ਲੀ ਜਿਹਦੇ EU ਸੈਟਲ ਸਟੇਟਸ ਦੇ ਬੇਸ ਉੱਪਰ ਆਪਣੇ ਯੂਰਪੀਅਨ ਨੇ ਆਪਣੇ ਮਾਪਿਆਂ ਨੂੰ ਸੱਦਿਆ ਹੈਗਾ। ਵੀਜ਼ਾ ਕਿ ਤੁਹਾਡੇ ਮਿਲ ਚੁੱਕਾ ਇਹਦਾ ਮਤਲਬ ਤੁਹਾਡੀ ਮਨਜ਼ੂਰੀ EU ਸੈਟਲ ਸਟੇਟਸ ਨੂੰ ਮਿਲ ਚੁੱਕੀ ਹੈਗੀ ਹੈ, ਪ੍ਰੀ ਸੈਟਲ ਦੀ ਅਪਰੂਵਲ ਮਿਲ ਚੁੱਕੀ ਹੈ। ਵੀਜ਼ਾ ਅੱਗੇ ਮਿਲ ਗਿਆ ਤਾਂ ਤੁਸੀਂ ਬੇਸ਼ੱਕ ਬਾਅਦ 'ਚ ਵੀ ਆਉਣੇ ਆ, ਲੇਟ ਵੀ ਆਉਣੇ ਆ, 30 ਜੂਨ ਦੇ ਬਾਅਦ 'ਚ ਵੀ ਆਉਣੇ ਹੈਗਾ। ਇਹਦਾ ਫੇਰ ਵੀ ਇਹ ਮਤਲਬ ਹੈਗਾ ਤੁਹਾਡਾ ਵੀਜ਼ਾ ਵੱਧ ਜੂਗਾ UK 'ਚ ਆ ਕੇ, ਫੇਰ ਵੀ ਤੁਹਾਡਾ 5 ਸਾਲ ਦਾ ਵੀਜ਼ਾ ਅਗਲੇ ਐਕਸਟੈਂਡ ਹੋ ਜਾਣਾ। ਇਹ ਜ਼ਰੂਰੀ ਨਹੀਂ ਹੈ ਕਿ ਸਾਨੂੰ 30 ਜੂਨ ਤੋਂ ਪਹਿਲਾਂ ਹੀ ਆਉਣਾ ਹੈਗਾ। ਤੇ ਜਿਹਨੇ ਕਿ ਵੀਜ਼ੇ ਇੰਡੀਆ 'ਚ ਮੁੱਕ ਵੀ ਜਾਂਦੇ ਹੈਗੇ ਆ ਤੁਸੀਂ ਉੱਥੇ ਵੀ ਰਿਕੁਐਸਟ ਕਰਾ ਕੇ ਆਪਣੇ ਵੀਜ਼ੇ ਅੱਗੇ ਵਧਾ ਸਕਦੇ ਹੈਗੇ ਆ। ਇੱਕ CIH ਜਿਹੜੀ ਕਰੋਨਾ ਇਮੀਗ੍ਰੇਸ਼ਨ ਹੈਲਪਲਾਈਨ ਹੈਗੀ ਹੈ ਉਹਨੇ ਇੱਕ ਕ੍ਰਾਈਟੇਰੀਆ ਰੱਖਿਆ ਹੈਗਾ ਅਪਾਰਟ ਫਰਮ ਵਿਜ਼ਿਟਰਸ ਬਾਕੀ ਸਾਰੇ ਜਿਹਨੇ ਵੀਜ਼ੇ ਕੇ ਮੁੱਕ ਜਾਂਦੇ ਇਸ ਦੌਰਾਨ ਦੇ ਵਿੱਚ ਤੁਸੀਂ ਫ੍ਰੀ ਦੇ ਵਿੱਚ ਦੁਬਾਰਾ ਰੀਨਿਊ ਵੀ ਕਰਾ ਸਕਦੇ ਆ। ਬਿਲਕੁਲ। ਤੇ ਦੂਸਰੇ ਪਾਸੇ ਜਿਹੜੀ ਸਭ ਤੋਂ ਵੱਡੀ ਚੀਜ਼ ਭਾਈ ਹੁਣਾਂ ਨੇ ਤੁਹਾਨੂੰ ਹਰ ਇੱਕ ਜਿਹੜੀ ਚੀਜ਼ ਆ ਡੀਟੇਲਸ ਦੇ ਵਿੱਚ ਦੱਸ ਰਹੇ ਆ, ਪਰ ਗੱਲ ਇਹ ਆ ਕਿ ਅੱਜ ਪੰਜਾਬ ਦੇ ਵਿੱਚ ਬੇਸ਼ੱਕ ਕੇਸ ਜਿਹੜੇ ਆ ਜਾਂ ਤਾਂ ਉੱਥੋਂ ਨਿਊਜ਼ ਨਹੀਂ ਇੰਨੀ ਨਿਕਲ ਕੇ ਆ ਰਹੀ ਜਾਂ ਫਿਰ ਲੋਕਾਂ ਨੂੰ ਵਾਕਿਆ ਹੀ ਉੱਥੇ ਬਚਾਅ ਹੈਗਾ ਆ। ਬਾਹਰਲੀਆਂ ਸਟੇਟਾਂ ਦੇ ਵਿੱਚ ਅਸੀਂ ਦੇਖਦੇ ਹਾਂ, ਚਾਹੇ ਦਿੱਲੀ ਦੀ ਗੱਲ ਕਰ ਲਈਏ, ਮੁੰਬਈ ਦੀ ਗੱਲ ਕਰ ਲਈਏ, ਲੁਧਿਆਣੇ ਬਹੁਤ ਸਾਰੇ ਕੇਸਿਸ ਨਿਕਲ ਕੇ ਆ ਰਹੇ ਨੇ। ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਨਹੀਂ ਹੋ ਸਕਦਾ। ਭਾਜੀ ਇੰਨੇ ਅਸੀਂ ਦਲੇਰ ਆ, ਪੰਜਾਬੀ ਬਹੁਤ ਵਧੀਆ ਗੱਲ ਆ, ਪਰ ਇੰਨੇ ਵੀ ਦਲੇਰ ਨਾ ਬਣੋ ਕਿ ਮੌਤ ਨੂੰ ਮਖੌਲ ਕਰੋ। ਪਰ ਸੱਤੇ ਇਸ ਪਾਸੇ ਮੈਂ ਹੁਣ ਇਹ ਵੀ ਕਹਿਣਾ ਚਾਹੁੰਦਾ ਹੁਣ ਜੋ ਮੈਂ ਗੱਲਾਂ ਬਾਤਾਂ ਇੰਡੀਆ ਕਰਦਾ ਆਪਣੇ ਦਫ਼ਤਰ ਰਾਹੀਂ ਕਰਦਾ ਹੈਗਾ ਬਿਕੋਜ਼ ਹੁਣ ਦਫ਼ਤਰ ਵੀ ਹੁਣ ਕਰਫਿਊ ਲੱਗਣ ਲੱਗ ਪਿਆ ਹੈਗੇ, ਦਫ਼ਤਰ ਵੀ ਹੁਣ ਬੰਦ ਹੋਣ ਲੱਗ ਪਿਆ ਹੈਗੇ। ਹੁਣ ਅਸਲ ਵਿੱਚ ਲੋਕ ਡਰਨ ਲੱਗ ਪਏ ਹੈਗੇ ਆ। ਇੱਕ ਸਮਾਂ ਸੀ ਪਿਛਲੇ ਸਾਲ ਜਿਹਦੇ ਵਿੱਚ ਮੈਂ ਕਹਿੰਦਾ ਇੰਡੀਆ ਦੇ ਵਿੱਚ ਸਾਡੇ ਬਾਰੇ ਕਹਿੰਦੇ ਸੀ ਇੰਗਲੈਂਡ ਦੀ ਇੱਥੇ ਕਰੋਨਾ ਵਾਇਰਸ ਦੀ ਗਿਣਤੀ ਵਧਣ ਲੱਗ ਪਈ ਹੈਗੀ। ਉਹ ਸਾਡੇ ਵੱਲ ਦੇਖਦੇ ਸੀ, ਸਾਡੇ ਵੱਲ ਕਹਿੰਦੇ ਸੀ ਇੰਡੀਆ ਤੁਸੀਂ ਬਿਹਤਰ ਹੈਗੇ ਆ, ਇੰਗਲੈਂਡ ਜਾਣ ਦਾ ਫਾਇਦਾ ਨਹੀਂ, ਸਪੈਸ਼ਲੀ ਸਾਡੇ ਸਟੂਡੈਂਟਸ। ਜੀ ਜੀ। ਮਗਰ ਹੁਣ ਇਹ ਵੀ ਰਿਪੋਰਟ ਆਈ ਹੈਗੀ ਆ ਸਟੂਡੈਂਟਸ ਨਾਓ ਕੰਸੀਡਰ UK ਸੇਫ ਅਗੇਨ। ਉਹ ਇੱਥੇ ਫੇਰ ਵੀ ਜ਼ਿਆਦਾ ਸੇਫ ਸਮਝਦੇ ਆਪਣੇ ਆਪ ਨੂੰ ਬਿਕੋਜ਼ ਇੱਥੇ ਆਪਾਂ ਕਾਬੂ ਕਰ ਚੁੱਕੇ ਹੈਗੇ ਆ, ਜਿਹਦੀ R ਰੇਟ ਹੁਣ ਘਟ ਗਈ ਹੈਗੀ ਆ। ਸੋ ਗਵਰਨਮੈਂਟ ਦੀਆਂ ਪਾਲਿਸੀਆਂ UK 'ਚ ਕੰਮ ਕਰ ਪਾਈਆਂ ਹੈਗੀਆਂ। ਤਾਂ ਇੱਦਾਂ ਲੱਗਦਾ ਸ਼ਾਇਦ ਬਾਕੀ ਦੀਆਂ ਮੁਲਕਾਂ ਦੀਆਂ ਸਟੇਟਾਂ ਸ਼ਾਇਦ ਉਹਦੇ ਅੱਗੇ ਸਾਡੇ ਵੱਲ ਦੇਖਿਆ ਜਾਂਦਾ ਸ਼ਾਇਦ ਉੱਥੇ ਵੀ ਕਾਬੂ ਕਰ ਸਕਦੇ ਸੀ। ਮਗਰ ਰਿਐਲਿਟੀ ਇਹ ਹੈਗੀ ਆ ਇੱਕ ਦੂਜੇ ਨੂੰ ਦੇਖ ਕੇ ਨਿਊਜ਼ ਦੇਖ ਕੇ ਓਬਵੀਅਸਲੀ ਡਰ ਲੱਗਦਾ ਹੈਗਾ। ਤਾਂ ਓਬਵੀਅਸਲੀ ਵੀ ਵੀ ਲੂਜ਼ ਲਵ ਵਨਸ ਜਿਨ ਸਾਡੇ ਆਪ ਦੇ ਖੁਦ ਦੇ ਪਿਆਰੇ ਪੂਰੇ ਹੋ ਜਾਂਦੇ ਹੈਗੇ ਤਾਂ ਉਹਨਾਂ ਜ਼ਿਆਦਾ ਡਰ ਪੈਂਦਾ ਹੈਗਾ। ਮਗਰ ਇਹ ਜ਼ਰੂਰ ਹੈਗਾ ਇੰਡੀਆ 'ਚ ਜਿੱਦਾਂ ਆਪਾਂ ਦੇਖਦੇ ਹੈਗੇ ਆ, ਆਪਾਂ ਮੇਲੇ ਦੇਖਦੇ ਹਾਂ, ਰੈਲੀਆਂ ਦੇਖਦੇ ਹਾਂ, ਹਾਲੇ ਵੀ ਕੋਈ ਲੱਗਦਾ ਆਪਾਂ ਕਈ ਵਾਰੀ ਮੌਤ ਨੂੰ ਖੁਦ ਆਪਣੇ ਦਰਵਾਜ਼ੇ ਤੇ ਸੱਦਦੇ ਹਾਂ। ਬਿਲਕੁਲ। ਬਹੁਤ ਸੋਚਣ ਸਮਝਣ ਵਾਲੀ ਗੱਲ ਹੈਗੀ ਆ। ਜੇ ਤੁਸੀਂ ਕਿਉਂਕਿ ਦੂਸਰੇ ਪਾਸੇ ਇਹ ਆ ਕਿ ਪ੍ਰੋਗਰਾਮ ਨੂੰ ਸ਼ੇਅਰ ਜਿਹੜਾ ਆ ਜ਼ਰੂਰ ਕਰਦੇ ਜਾਣਾ। ਇਹ ਸਿਰਫ UK ਵਾਲਿਆਂ ਦੇ ਲਈ ਹੀ ਨਹੀਂ ਹੈਗੀਆਂ ਗੱਲਾਂ ਬਾਤਾਂ, ਪੰਜਾਬ ਦੀ ਧਰਤੀ ਤੇ ਜਾਂ ਹਰ ਉਸ ਪੰਜਾਬੀ ਦੇ ਲਈ ਆ ਜਿਹੜੇ ਕਿ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਰਹਿ ਰਹੇ ਆ ਜਾਂ ਜਿਨ੍ਹਾਂ ਦੇ ਪਿਆਰੇ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਹੈਗੇ ਨੇ। ਤੇ ਕਿਉਂਕਿ ਅੱਜ ਇਸ ਸਮੇਂ ਉੱਤੇ ਜਿੱਥੇ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਆ, ਅਰਦਾਸ ਦੇ ਨਾਲ ਇਹ ਜਿਹੜੀ ਆ ਆਪਣਾ ਖਿਆਲ ਜ਼ਰੂਰ ਰੱਖਣਾ। ਸਾਰਿਆਂ ਨੇ ਹਦਾਇਤਾਂ ਜਿਹੜੀਆਂ ਗੌਰਮੈਂਟ ਦੀਆਂ ਗਾਈਡਲਾਈਨਸ ਆ ਉਹਨਾਂ ਦਾ ਪਾਲਣ ਉਹਨਾਂ ਨੂੰ ਜ਼ਰੂਰ ਮੰਨਣਾ ਹੈਗਾ ਆ। ਤੇ ਭਾਜੀ ਗੱਲ ਕੀਤੀ ਕਿ ਸਟੇਟਲੈਸ ਨੂੰ ਲੈ ਕੇ ਕਿ ਬਹੁਤ ਸਾਰੇ ਜਿਹੜੇ ਸਟੇਟਲੈਸ ਦੇ ਅੰਡਰ ਜਿਹੜੇ ਲੋਕਾਂ ਦੇ ਵੀਜ਼ੇ ਲੱਗੇ ਹੋਣਗੇ ਉਹ ਵੀ ਗਏ ਹੋਣਗੇ, ਕਿ ਉਹਨਾਂ ਨੂੰ ਕੋਈ ਫਰਕ ਪਊਗਾ ਜਾਂ ਉਹਨਾਂ ਨੂੰ ਗੌਰਮੈਂਟ ਜਿਹੜੀ ਆ ਲਿਆਉਣ ਦੇ ਵਿੱਚ ਉਸੇ ਤਰ੍ਹਾਂ ਜਿੱਦਾਂ ਕਿ ਬ੍ਰਿਟਿਸ਼ ਸਿਟੀਜ਼ਨਸ਼ਿਪ ਜਿਹਨਾਂ ਕੋਲ ਹੈਗੀ ਆ ਉਹ ਆ ਰਹੇ ਨੇ ਤੇ ਉਹ ਲੋਕ ਵੀ ਵਾਪਸ ਆ ਸਕਦੇ ਨੇ। ਜਿਹਦੇ ਸਟੇਟਸ ਬੇਸ ਦੇ ਉੱਪਰ ਲੋਕਾਂ ਨੂੰ ਮਨਜ਼ੂਰੀ ਮਿਲੀ ਹੈਗੀ ਉਹ ਵੀ FLRFP ਦੇ ਹਿੰਟ ਮਿਲੀ ਹੈਗੀ ਆ। 5 ਸਾਲ ਦਾ ਰੂਟ ਜਾਂ 10 ਸਾਲ ਦਾ ਰੂਟ ਆਮ ਹੁੰਦਾ ਹੈਗਾ, ਉਹਨੂੰ ਵੀ 2.5 ਸਾਲ ਦੇ ਵੀਜ਼ੇ ਮਿਲਦੇ ਹੈਗੇ। ਸੋ ਉਹਨਾਂ ਨੂੰ ਵੀ ਆਉਣ ਦਾ ਹੱਕ ਹੈਗਾ। ਸੋ ਵਨਸ ਅਗੇਨ ਜਿਹਨਾਂ ਕੋਲ ਲਿਮਿਟਡ ਲੀਵ ਟੂ ਰਿਮੇਨ, ਇੰਡੈਫੀਨਿਟ ਲੀਵ ਟੂ ਰਿਮੇਨ ਹੈਗੇ, EU ਸੈਟਲ ਸਟੇਟਸ, ਪ੍ਰੀ ਸੈਟਲ ਸਟੇਟਸ, ਵਰਕ ਪਰਮਿਟ, ਸਟੂਡੈਂਟ ਸਾਰਿਆਂ ਨੂੰ ਆਉਣ ਦਾ ਦੁਆਰਾ ਹੱਕ ਹੈਗਾ। ਇਸ਼ੂ ਸਿਰਫ ਇਹ ਬਣਦੀ ਹੈਗੀ ਜਦੋਂ ਤੁਸੀਂ UK ਵਾਪਸ ਆਉਣਾ ਹੈਗਾ ਤੁਹਾਨੂੰ 10 ਦਿਨ ਕੁਆਰੰਟੀਨ ਕਰਨਾ ਪੈਗਾ ਹੋਟਲਾਂ ਦੇ ਵਿੱਚ। ਉਹ ਵੀ ਅਪਰੂਵਡ ਹੋਟਲਸ ਜੋ ਦੇ ਮੈਂ ਪਹਿਲਾਂ ਲਿਸਟ ਦਿੱਤੀ ਸੀ ਉਸ ਏਅਰਪੋਰਟਾਂ ਦੇ ਨਾਲ ਜੁੜੇ ਹੈਗੇ ਆ। ਤਾਂ 10 ਦਿਨਾਂ ਦੇ ਵਿੱਚ ਫਿਰ ਤੁਹਾਨੂੰ ਸੈਕੰਡ ਡੇ 8 ਦਿਨ ਦੇ ਵਿੱਚ ਤੁਹਾਨੂੰ ਫਿਰ ਦੁਬਾਰਾ ਟੈਸਟ ਦੇ ਕੇ ਆਪਣੀ ਨੈਗੇਟਿਵ ਰਿਪੋਰਟ ਦਿਖਾਉਣੀ ਹੁੰਦੀ ਹੈਗੀ। ਆ ਸਕਦੇ ਹੈਗੇ ਪਰ ਇਹ ਚੀਜ਼ ਤੁਹਾਨੂੰ ਮਨ 'ਚ ਰੱਖਣੀ ਪਊਗੀ। ਇਹਦਾ ਕੋਈ ਤੁਸੀਂ ਮੈਂ ਕਹੂੰਗਾ ਐਕਸਕਿਊਜ਼ ਨਹੀਂ ਬਣਾ ਸਕਦੇ, ਕੋਈ ਵਜ੍ਹਾ ਨਹੀਂ ਹੈਗਾ ਜਿਹਨੂੰ ਤੁਸੀਂ ਅਵੋਇਡ ਕਰ ਸਕਦੇ ਹੈਗੇ ਆ। ਮੈਨੂੰ ਪਤਾ ਕਈ ਲੋਕ ਸਿਆਣੇ ਹੈਗੇ ਆ, ਬਜ਼ੁਰਗ ਹੈਗੇ ਆ, ਬੱਚੇ ਵੀ ਹੈਗੇ ਆ, ਪਰ ਤੁਹਾਨੂੰ ਪ੍ਰੋਵੀਜ਼ਨਸ ਰੱਖਣੇ ਪਊਗੇ, ਤੁਹਾਨੂੰ ਪਾਲਣਾ ਕਰਨਾ ਪਊਗਾ ਕਾਨੂੰਨ ਦਾ। ਮੈਂ ਸਿਰਫ ਇੱਕ ਹੀ ਐਡਵਾਈਸ ਦੇ ਸਕਦਾ ਜੋ ਸ਼ਾਇਦ ਇੱਥੇ ਆਉਂਦੇ ਹੋਟਲਸ ਨਹੀਂ ਰਹਿਣਾ ਚਾਹੁੰਦੇ,
ਤੁਸੀਂ ਬੇਸ਼ੱਕ ਹੋਰ ਕਿਸੇ ਮੁਲਕ 'ਚ ਚਲ ਜਾਓ ਜਿੱਥੇ ਰੈੱਡ ਲਿਸਟ 'ਚ ਨਹੀਂ ਹੈਗਾ, ਸਪੇਨ ਹੋ ਗਿਆ, ਪੋਰਚੁਗਲ ਹੋ ਗਿਆ, ਜਿੱਥੇ ਤੁਸੀਂ 10 ਦਿਨ ਰਹਿ ਕੇ ਫਿਰ ਬੇਸ਼ੱਕ ਤੁਸੀਂ ਵਾਪਸ ਇੰਗਲੈਂਡ ਆਓ, ਮਗਰ ਉਸ ਕੰਟਰੀ ਦੀਆਂ ਵੀ ਤੁਹਾਨੂੰ ਪਾਲਿਸੀਆਂ ਦੇਖਣੀਆਂ ਪਊਗੀਆਂ ਕੁਆਰੰਟਾਈਨ ਦੇ ਉੱਪਰ ਕੀ ਹੈਗਾ ਕਿ ਕਦੇ ਉਹਨਾਂ ਨੇ ਰੈੱਡ ਲਿਸਟ ਇੰਡੀਆ 'ਚ ਨਾਲ ਨਹੀਂ ਪਾਇਆ ਹੋਇਆ। ਬਿਲਕੁਲ। ਤੇ ਬਾਕੀ ਦੂਸਰੇ ਪਾਸੇ 1750 ਮਹੀਨਾ ਕੁ ਜਿਹੜਾ ਆ ਹੁਣ ਆ ਕੇ ਨਾਲੇ 10 ਦਿਨ ਹੋਟਲ ਦੇ ਵਿੱਚ ਮੌਜਾਂ ਕਰਿਓ ਤੇ ਨਾਲੇ 1750 ਪਾਉਣ ਦਿਓ, ਮਹੀਨਾ ਭਰ ਉੱਦਾਂ ਹੀ ਕੰਮ ਕਰਿਓ, ਫੇਰ ਪਤਾ ਲੱਗਣਾ ਆ ਕਿ ਵਾਕਿਆ ਹੀ ਕਦੇ ਕਿਸੇ ਦੀ ਕਹਿੰਦੇ ਹੁੰਦੇ ਵੀ ਮੰਨ ਲੈਣੀ ਚਾਹੀਦੀ ਆ। ਇੱਕ ਅਸੀਂ ਰਿਕੁਐਸਟ ਕਰਦੇ ਹਾਂ, ਅਸੀਂ ਇਹ ਨਹੀਂ ਕਹਿੰਦੇ ਕਿ ਤੁਹਾਨੂੰ ਨਹੀਂ ਜਾਣਾ ਚਾਹੀਦਾ, ਜਾਵੋ ਜੇ ਤੁਹਾਨੂੰ ਜ਼ਰੂਰੀ ਕੰਮ ਸੀਗਾ, ਜੇ ਕੋਈ ਨਹੀਂ ਤਾਂ ਫਿਰ ਬਿਨਾਂ ਮਤਲਬ ਤੋਂ 1750 ਤੇ ਪਲੱਸ ਜਿਹੜੀ ਹੁਣ ਹੈਡ ਗਿਆ ਹੋਟਲਾਂ ਦੇ ਵਿੱਚ ਉਹ ਬਾਅਦ ਦੀਆਂ ਗੱਲਾਂ ਹੈਗੀਆਂ ਆ। ਤੇ ਸਟੇਟਲੈਸ ਤੋਂ ਬਾਅਦ ਦੇ ਵਿੱਚ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕਿ ਬਾਜੀ ਵੇਲੇ ਤਾਂ ਇਹ ਹੁੰਦਾ ਕਿ ਮੈਂ ਵਿਊਜ਼ ਲੈਣੇ ਆ, ਮੈਂ ਆਪਣੇ ਆਪ ਨੂੰ ਪ੍ਰਮੋਟ ਕਰਨਾ ਚਾਹੁੰਦਾ ਆ। ਤੇ ਸਮਟਾਈਮਸ ਇਹ ਹੁੰਦਾ ਕਿ ਪੜ੍ਹਿਆ ਲਿਖਿਆ ਇਨਸਾਨ ਜਦੋਂ ਇਹੋ ਜਿਹੀ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਕੋਈ ਬੇਤੁੱਕਾ ਜਿਹਾ ਬਿਆਨ ਦੇ ਜਵੇ ਤੇ ਬਾਅਦ ਦੇ ਵਿੱਚ ਸਾਨੂੰ ਮੁੜ ਕੇ ਦੱਸੇ ਕਿ ਕਿਸੇ ਦਾ ਤੀਰ ਤੇ ਤੁੱਕਾ ਲੱਗ ਗਿਆ ਕਿਸੇ ਵਕੀਲ ਦਾ, ਤੇ ਮੈਂ ਕਹਿੰਦਾ ਵੀ ਇੱਦਾਂ ਦਾ ਤੀਰ ਤੁੱਕਾ ਤਾਂ ਹਰ ਇੱਕ ਦਾ ਲੱਗ ਜਾਣਾ ਚਾਹੀਦਾ ਜਿੱਥੇ ਕਿ ਉਸ ਤੀਰ ਤੁੱਕੇ ਨੇ ਮੇਰਾ ਖਿਆਲ ਹੈ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਘਰਾਂ ਦੇ ਵਿੱਚ ਖੁਸ਼ੀਆਂ ਲਿਆਂਦੀਆਂ ਭਾਜੀ, ਠੀਕ ਨਹੀਂ। ਤੇ ਉਸ ਤੀਰ ਤੁੱਕੇ ਨੂੰ ਕਹਿੰਦੇ ਆ ਵੀ ਬੰਦ ਹੋਣ ਦੇ ਆਸਾਰ ਹੈਗੇ, ਯਾਨੀ ਕਿ ਸਟੇਟਲੈਸ ਦੇ ਜਿਹੜੇ ਕੇਸ ਜਿਹੜਾ ਸਟੇਟਲੈਸ ਆ ਉਹ ਜਿਹੜਾ ਰਾਹ ਆ ਉਹ ਬੰਦ ਹੋਣ ਜਾ ਰਿਹਾ ਭਾਜੀ। ਇਹ ਤੀਰ ਤੁੱਕਾ ਕਿਸੇ ਨੇ ਤੀਰ ਫੜ ਲਿਆ ਲੱਗਦਾ ਮੈਨੂੰ ਕਿ ਸੱਤੀ ਮੈਂ ਵੀ ਸੁਣਿਆ ਹੈਗਾ, ਮੈਨੂੰ ਪਤਾ ਕਾਫੀ ਲੋਕ ਡਰਦੇ ਹੈਗੇ ਆ। ਇਨਫੈਕਟ ਹੁਣ ਇਹ ਲੋਕਾਂ 'ਚ ਗੱਲ ਆ ਚੁੱਕੀ, ਮਨ 'ਚ ਖਿਆਲ ਆ ਚੁੱਕਿਆ ਹੈਗਾ ਸਟੇਟਲੈਸ ਕੇਸ ਬੰਦ ਹੋ ਗਿਆ ਹੈਗਾ। ਸਟੇਟਲੈਸ ਇੱਕ ਲੂਪ ਹੋਲ ਸੀ, ਉਹ ਸਰਕਾਰ ਨੇ ਬੰਦ ਕਰਤਾ ਹੈਗਾ। ਸਟੇਟਲੈਸ ਅੱਗੇ ਐਪਲੀਕੇਸ਼ਨ ਲੋਕਾਂ ਦੇ ਦਰਜ ਨਹੀਂ ਹੋਣੀਆਂ। ਪਹਿਲਾਂ ਤਾਂ ਮੈਂ ਕਹੂੰਗਾ ਲੋਕਾਂ ਨੂੰ ਪਲੀਜ਼ ਡਰੋ ਨਾ। ਦੂਸਰੀ ਚੀਜ਼ ਪਲੀਜ਼ ਅੱਗੇ ਤੁਸੀਂ ਕਾਨੂੰਨ ਦੇ ਵੱਲ ਦੇਖਣਾ ਹੁੰਦਾ, ਕੋਈ ਸਰਕਾਰ ਦੀ ਪਾਲਿਸੀ ਵੱਲ ਦੇਖਣਾ ਹੁੰਦਾ, ਪਲੀਜ਼ ਤੁਸੀਂ ਟਿਕਟੋਕ ਵੱਲ ਨਾ ਦੇਖਿਆ ਕਰੋ। ਜਿੰਨਾ ਵੀ ਪਾਲਿਸੀਆਂ ਨਿਕਲਦੀਆਂ ਹੈਗੀਆਂ ਹਮੇਸ਼ਾ ਸਰਕਾਰ ਅਪਡੇਟਸ ਦਿੰਦੀਆਂ ਹੈਗੀਆਂ, ਵੈਬਸਾਈਟ 'ਤੇ ਲਾਉਂਦੀਆਂ ਹੈਗੀਆਂ। ਤਾਂ ਅੱਗੇ ਮੈਂ ਵਨਸ ਅਗੇਨ ਅੱਗੇ ਮੈਂ ਸਟੇਟਲੈਸ ਦੀ ਗੱਲ ਕਰਾਂ, ਜਿਹਦੇ ਵਜ੍ਹਾ ਲਈ ਇਹ ਗੱਲਾਂ ਸ਼ੁਰੂ ਹੋਈਆਂ ਉਹ ਤਾਂ ਸ਼ੁਰੂ ਹੋਈਆਂ ਸੀ ਬਿਕੋਜ਼ ਪ੍ਰੀਤੀ ਪਟੇਲ ਨੇ ਕਿਹਾ ਹੈਗਾ ਅਗਲੇ ਅਮੈਂਡਮੈਂਟਸ ਆਪਾਂ ਕਰਨੇ ਹੈਗੇ, ਜਿਹਦੇ ਵਿੱਚ ਕਾਫੀ ਅਸਾਈਲਮ ਦੇ ਰੂਪ ਦੇ ਵਿੱਚ ਲੋਕ 2 ਨੰਬਰ 'ਚ ਅੱਗੇ ਇੱਥੇ ਆਉਂਦੇ ਹੈਗੇ ਆ, ਕੱਚੇ ਬੰਦੇ ਨੂੰ ਵਾਪਸ ਭੇਜਣਾ ਹੈਗਾ, ਉਹਦੇ ਨਾਲ ਕੀ ਹੋਣਾ ਚਾਹੀਦਾ ਹੈਗਾ, ਉਹਦਾ ਕੀ ਵਿਚਾਰ ਹੋਣਾ ਚਾਹੀਦਾ। ਤਾਂ ਉਹਨੇ ਇੱਕ ਨਵੀਂ ਪਾਲਿਸੀ ਤਿਆਰ ਕੀਤੀ ਜੋ ਉਹਨੇ ਸਾਰੇ ਇਮੀਗ੍ਰੇਸ਼ਨ ਸਿਸਟਮ ਚੇਂਜ ਕਰਨਾ ਹੈਗਾ। ਤਾਂ ਉਹਦੇ ਵਿੱਚ ਉਹਨੇ 2-3 ਲਾਈਨਾਂ ਵੀ ਇਹ ਐਡ ਕਰਤੀਆਂ ਸੀ ਜਿਹਦੇ ਕਿ ਨੈਸ਼ਨੈਲਿਟੀ ਬੱਚੇ ਲੈਂਦੇ ਹੈਗੇ ਸਟੇਟਲੈਸ ਦੇ ਬੇਸ ਦੇ ਉੱਪਰ। ਉਹ ਇੱਕ ਲੂਪ ਹੋਲ ਆ ਜੋ ਇੱਥੇ ਇਸ ਵਕਤ ਅਬਿਊਜ਼ ਹੋ ਰਿਹਾ ਹੈਗਾ, ਜੋ ਉਹਨੇ ਲੂਪ ਹੋਲ ਬੰਦ ਕਰਨਾ ਹੈਗਾ, ਉਹਨੂੰ ਸਟ੍ਰਿਕਟ ਕਰ ਦੇਣਾ ਹੈਗਾ। ਸੋ ਵਨਸ ਅਗੇਨ ਮੈਂ ਇਹ ਕਹਿ ਦਿੰਦਾ ਹੈਗਾ ਉਹਨੂੰ ਬੰਦ ਨਹੀਂ ਕਰਨਾ ਹੈਗਾ, ਉਹਦੀ ਸਟ੍ਰਿਕਟਨੈਸ ਲੈ ਕੇ ਆਉਣੀ, ਉਹਦੀ ਸਖਤਾਈ ਲੈ ਕੇ ਆਉਣੀ ਹੈਗੀ ਹੈ। ਅਤੇ ਸਖਤਾਈ ਵੀ ਕਿਉਂ ਲੈ ਕੇ ਆ ਰਹੇ ਹੈਗੇ, ਕਿਸੇ ਕਹਿੰਦੇ ਕਿ ਉਹ ਬੱਚਿਆਂ ਦੇ ਮਾਂ ਪਿਓ ਬੱਚਿਆਂ ਦੀ ਨੈਸ਼ਨੈਲਿਟੀ ਅਪਲਾਈ ਕਰ ਸਕਦੇ ਸੀ ਪਰ ਜਾਣ ਕੇ ਨਹੀਂ ਅਪਲਾਈ ਕਰਦੇ ਹੈਗੇ। ਜੀ ਜਾਣ ਕੇ ਐਡਵਾਂਸ ਆਪਣੇ ਕਾਗਜ਼ ਤਿਆਰ ਕਰਾ ਕੇ 5 ਸਾਲ ਦੀ ਵੇਟ ਕਰਦੇ ਹੈਗੇ ਅਤੇ 5 ਸਾਲਾਂ ਬਾਅਦ 'ਚ ਬ੍ਰਿਟਿਸ਼ ਨੈਸ਼ਨੈਲਿਟੀ ਲੈ ਲੈਂਦੇ ਹੈ। ਹਾਲੇ ਤੱਕ ਅੱਗੇ ਦੇਖੇ ਜਾਏ ਉਹ ਗਿਣਤੀ ਪਹਿਲੋਂ 15 ਹੁੰਦੇ ਸੀ ਸਾਲ ਦੇ, ਉਹ ਹੁਣ ਹਜ਼ਾਰਾਂ ਤੱਕ ਆ ਗਈ ਹੈਗੀ ਹੈ। ਅਤੇ ਕਹਿੰਦੇ ਹੈਗੇ ਜਿਹੜੀ ਇਹ ਕਾਨੂੰਨ ਬਣਿਆ ਸੀ ਉਹ ਲੋਕ ਅਪਲਾਈ ਨਹੀਂ ਕਰਦੇ ਹੈਗੇ। ਮਤਲਬ ਕਹਿਣ ਵਾਸਤੇ ਜਿਹਦੇ ਮੁਲਕ ਦੇ ਵਿੱਚ ਰਿਐਲਿਟੀ ਦੇ ਵਿੱਚ ਸਰਕਾਰਾਂ ਟੁੱਟ ਗਈਆਂ ਹੈਗੀਆਂ, ਆਪਾਂ ਸੀਰੀਆ, ਆਪਾਂ ਕਰਗਿਸਤਾਨ ਲੈ ਸਕਦੇ ਹਾਂ, ਪਿੱਛੇ ਬੋਸਨੀਆ ਹੁੰਦੀਆਂ ਸੀ, ਇੱਧਰ ਮੁਲਕ ਜਿਹਦੇ ਵਿੱਚ ਅੱਜ ਦੇ ਸੱਚੀ ਮੁੱਚੀ ਲੜਾਈ ਚੱਲ ਰਹੀ ਹੈਗੀ, ਜਿਹਦੇ ਵਿੱਚ ਸਰਕਾਰਾਂ ਹੀ ਨਹੀਂ ਹੈਗੀਆਂ ਜਿਹਦੇ ਵਿੱਚ ਤੁਸੀਂ ਕਾਗਜ਼ ਤਿਆਰ ਕਰ ਸਕਦੇ ਹੈਗੇ। ਇੰਡੀਆ ਦਾ ਨਾਂ ਨਹੀਂ ਲਿਆ ਹੈਗਾ ਪਰ ਓਬਵੀਅਸਲੀ ਸਭ ਤੋਂ ਜ਼ਿਆਦਾ ਐਪਲੀਕੇਸ਼ਨਸ ਕਿਹਨੇ ਕੀਤੇ ਹੈਗੇ, ਸਾਡੇ ਆਪਣੇ ਪੰਜਾਬੀਜ਼ ਇੰਡੀਅਨਸ ਦੀ। ਤਾਂ ਮੈਂ ਵਨਸ ਅਗੇਨ ਇਹ ਕਹੂੰਗਾ ਇਹ ਲੂਪ ਹੋਲ ਨਹੀਂ ਸੀ, ਇਹ ਇੱਕ ਕਾਨੂੰਨ ਸੀ, ਕਾਨੂੰਨ ਕਿਸੇ ਨੇ ਦੇਖਿਆ ਹੀ ਨਹੀਂ ਸੀ। ਮੈਂ ਤਾਂ ਸਿਰਫ ਇਹ ਕਹਿਣਾ ਸੀ ਇਟ ਵਾਜ਼ ਅ ਡਾਇਮੰਡ ਇਨ ਦ ਰਫ, ਇੱਕ ਇਹਦਾ ਹੀਰਾ ਸੀ ਜਿਹਦੇ ਵਿੱਚ ਸ਼ਾਇਦ ਸਾਨੂੰ ਲਾਗੂ ਹੈਗਾ ਸੀ, ਕਿਸੇ ਨੇ ਵੱਲ ਦੇਖਿਆ ਨਹੀਂ ਸੀ। ਅਤੇ ਇਹ ਨਹੀਂ ਸੋਚੇ ਸਾਡੇ ਪੰਜਾਬੀਆਂ ਵੱਲ ਇੰਡੀਅਨ ਵੱਲ ਇਹ ਦੇਖੀ ਲਾਗੂ ਹੋ ਸਕਦਾ ਸੀ। ਠੀਕ ਹੈ, ਉਹਦੀ ਖੋਜ ਕਰਾ ਕੇ ਆਪਾਂ ਹਾਈ ਕੋਰਟ 'ਚ ਲੈ ਕੇ ਗਏ ਸੀ, ਹਾਈ ਕੋਰਟ ਦੇ ਬਾਅਦ ਆਪਾਂ ਜਿੱਤ ਵੀ ਗਏ ਸੀ, ਚਾਂਸਿਸ ਹੈਗੇ ਸੀ ਆਪਾਂ ਹਾਰ ਸਕਦੇ ਸੀ। ਤਾਂ ਮੈਂ ਅੱਜ ਵੀ ਕਹਿੰਦਾ ਕਿ ਸਰਕਾਰ ਨੇ ਕੱਲ੍ਹ ਨੂੰ ਸਖਤਾਈ ਲੈ ਕੇ ਆਉਣੀ ਹੈਗੀ ਆ। ਮੈਂ ਪਹਿਲਾ ਵਕੀਲ ਮੋੜੇ ਉਹਨੂੰ ਤਿਆਰ ਹੈਗਾ ਜੋ ਉਹਨੂੰ ਚੈਲੰਜ ਦੁਆਰਾ ਫੇਰ ਕਰੂੰਗਾ। ਇਨਫੈਕਟ ਕੰਸਲਟੇਸ਼ਨ ਪੇਪਰ 'ਚ ਇਹ ਵੀ ਕਿਹਾ ਹੈਗਾ ਤੁਸੀਂ ਆਪਣੇ ਵਿਚਾਰ ਦਿਓ, ਕਿ ਤੁਹਾਨੂੰ ਲੱਗਦਾ ਇਹ ਸਹੀ ਨਹੀਂ ਪਾਲਿਸੀਆਂ, ਤੁਸੀਂ ਮੋੜੇ ਆ ਕੇ ਪੇਸ਼ ਵੀ ਹੋ ਸਕਦੇ ਆ। ਇੰਡੀਵਿਜੂਅਲ ਵੀ ਜਾ ਸਕਦੇ, ਵਕੀਲ ਵੀ ਜਾ ਸਕਦੇ ਹੈਗੇ, JCW ਵੀ ਆ ਸਕਦੀ ਹੈ, LP ਆ ਸਕਦੀ ਹੈ, ਜਿੰਨੇ ਵੀ ਆਰਗੇਨਾਈਜੇਸ਼ਨਸ ਹੈ ਤੁਹਾਡਾ ਇੱਕ ਮੌਕਾ ਮਿਲਦਾ ਹੈਗਾ ਕੰਸਲਟੇਸ਼ਨ 'ਚ ਹਿੱਸਾ ਪਾਉਣ ਵਾਸਤੇ। ਹਿੱਸੇ ਦੇ ਬਾਅਦ 'ਚ ਇਹਨੇ ਕਾਨੂੰਨ ਪਾਲਿਸੀ ਤਿਆਰ ਕਰਨੀ ਹੈਗੀ ਆ। ਵਕੀਲ ਤਾਂ ਬਾਅਦ 'ਚ ਆਪਾਂ ਕਹੋਗੇ ਕਦਮ ਚੁੱਕੋਗੇ, ਪਰ ਪਹਿਲੋਂ ਇਹਨੂੰ ਅੱਗੇ ਪਾਰਲੀਮੈਂਟ ਜਾ ਕੇ ਕਾਨੂੰਨ ਬਣਨਾ ਹੈਗਾ। ਸੋ ਹਲੇ ਰਾਤੋਂ ਰਾਤ ਇਹ ਪਾਲਿਸੀ ਬੰਦ ਨਹੀਂ ਹੋਣੀ, ਇਹ ਨਹੀਂ ਹੈਗਾ ਮਈ ਦੇ ਵਿੱਚ ਜਦੋਂ 6 ਹਫ਼ਤੇ ਪੂਰੇ ਹੋ ਗਏ ਉਹਦੇ ਬਾਅਦ 'ਚ ਰਾਤੋਂ ਰਾਤ ਕਾਨੂੰਨ ਬਣ ਜਾਣਾ ਹੈਗਾ। ਟਾਈਮ ਹਲੇ ਹੈਗਾ। ਸੋ ਪਲੀਜ਼ ਰਸ਼ ਨਾ ਕਰੋ, ਪਲੀਜ਼ ਇਹ ਡਰੋ ਨਾ, ਤੁਹਾਨੂੰ ਕੱਲ੍ਹ ਨੂੰ ਕੁਛ ਮੌਕਾ ਨਹੀਂ ਮਿਲਣਾ ਹੋਰ ਕੋਈ ਕਦਮ ਚੱਕਣ ਵਾਸਤੇ। ਇਹ ਨਾ ਸੋਚੋ 5 ਸਾਲ ਦਾ, ਕੱਲ੍ਹ ਨੂੰ 7 ਸਾਲ ਦਾ ਬਣ ਚੁੱਕਾ ਹੈਗਾ। 5 ਸਾਲ ਦਾ ਕਾਨੂੰਨ 5 ਸਾਲ ਦਾ ਰਹਿਣਾ ਹੈਗਾ, 7 ਸਾਲ ਦਾ ਕਾਨੂੰਨ 7 ਸਾਲ। ਜਿਹਦੀ ਕਿ 5 ਸਾਲ ਦੀ ਸਟੇਟਸ ਦਾ ਕੇਸ ਕੀਤਾ ਸੀ, ਇਹ ਬ੍ਰਿਟਿਸ਼ ਨੈਸ਼ਨੈਲਿਟੀ ਐਕਟ ਦੇ ਹਿੰਟ ਕੀਤਾ ਸੀ, ਇੱਕ ਨੈਸ਼ਨੈਲਿਟੀ ਦਾ ਕਾਨੂੰਨ ਸੀ। ਜਿਹੜਾ 7 ਸਾਲ ਦਾ ਕਾਨੂੰਨ ਹੈ ਉਹ ਇੱਕ ਇਮੀਗ੍ਰੇਸ਼ਨ ਪਾਲਿਸੀ, ਉਹ ਇੱਕ ਵੱਖਰੇ ਢੰਗ ਨਾਲ ਕੇਸਿਸ ਦਰਜ ਹੁੰਦੇ ਹੈਗੇ ਆ।
ਸੋ ਜੇ ਲੋਕ ਡਰਦੇ ਆ ਜਾਂ ਡਰਾਉਂਦੇ ਹੈਗੇ ਪਲੀਜ਼ ਨਾ ਕਰੋ, ਸਾਥ ਦਿਓ, ਇੱਕ ਦੂਜੇ ਨੂੰ ਹੌਸਲਾ ਦਿਓ, ਬਿਕੋਜ਼ ਬਹੁਤ ਭੈਣਾਂ ਹੈਗੀਆਂ, ਬਹੁਤ ਭਰਾ ਹੈਗੇ ਜੋ ਮੈਂ ਕਹਿੰਦਾ ਹੌਸਲਾ ਤੋੜ ਲੈਂਦੇ ਹੈਗੇ ਆ। ਇਨਫੈਕਟ ਭਰਾਵਾਂ ਦੇ ਮੈਨੂੰ ਜ਼ਿਆਦਾ ਫੋਨ ਆਉਂਦੇ ਕਿ ਕਹਿੰਦੇ ਅਸੀਂ ਸਾਡੀ ਮਿਸਿਸ ਨੇ ਇਹ ਸੁਣਿਆ ਸੀ ਟਿਕਟੋਕ ਤੇ, ਉਹ ਸੁਣਿਆ ਸੀ, ਪ੍ਰਾਇਮਾ ਵਾਲੀ ਭੈਣਾਂ ਨੇ ਸਕੂਲ ਦੇ ਵਿੱਚ ਕੁਝ ਹੋਰ ਕਹਿਤਾ ਸੀ, ਤਾਂ ਤੰਗ ਕੌਣ ਹੁੰਦਾ? ਘਰ ਜਾ ਕੇ ਆਪਾਂ ਇੱਕ ਦੂਜੇ ਨੂੰ ਤੰਗ ਕਰਦਾ ਹੁੰਦਾ ਹੈਗਾ, ਤਾਂ ਉਹ ਓਬਵੀਅਸਲੀ ਫੋਨ ਕਰਕੇ ਮੈਨੂੰ ਹੀ ਪੁੱਛਣਾ ਉਹਦੀ ਟੈਨਸ਼ਨ ਪਤਾ, ਉਹ ਵੀ ਮੈਂ ਦੱਸਦਾ ਕਿ ਭੈਣਾਂ ਸਾਡੀਆਂ ਘਰ ਥੋੜਾ ਬਹੁਤਾ ਅੱਜ ਕੱਲ ਥੋੜਾ ਲੋਕਡਾਊਨ ਚੱਲਦਾ ਕਰਕੇ ਵਿਹਲੀਆਂ ਬੈਠੀਆਂ ਆ, ਭਰਾ ਕੰਮ ਤੇ ਜਾਂਦੇ ਆ, ਆਉਂਦਿਆਂ ਨੂੰ ਮੂਹਰੇ ਕੋਈ ਨਾ ਕੋਈ ਐਦਾਂ ਦੀ ਚੀਜ਼ ਰੱਖੀ ਹੁੰਦੀ ਆ, ਲੈ ਅਸੀਂ ਟਿਕਟੋਕ ਤੇ ਆਹ ਦੇਖਿਆ ਨਾ, ਤੇ ਸਾਰੀ ਦਿਹਾੜੀ ਟਿਕਟੋਕ ਦੇ ਨਾਲ ਜੁੜੇ ਰਹਿਣਾ, ਸੋਸ਼ਲ ਮੀਡੀਆ ਦੇ ਨਾਲ ਆਪਣੇ ਆਪ ਨੂੰ ਜੋੜੀ ਰੱਖਣਾ ਵਧੀਆ ਗੱਲ ਆ ਤੁਹਾਨੂੰ, ਪਰ ਗੱਲ ਇਹ ਆ ਕਿ ਤੁਸੀਂ ਆਪ ਸੋਚੋ ਕਿ ਬੇਸ ਕੀ ਆ ਇਸ ਸਟੇਟਲੈਸ ਨੂੰ ਲੈ ਕੇ, ਕਿਹੜੀਆਂ ਚੀਜ਼ਾਂ ਦੇ ਅੰਡਰ ਇਹ ਜਿਹੜੇ ਕਾਨੂੰਨ ਆ ਬਣਿਆ ਹੋਇਆ ਆ, ਕਿਹੜੀਆਂ ਚੀਜ਼ਾਂ ਉਹ ਤੁਹਾਨੂੰ ਦੇ ਰਹੇ ਆ, ਕਿਹਦੇ ਅੰਡਰ ਬੱਚਿਆਂ ਨੂੰ ਵੀਜ਼ੇ ਮਿਲ ਰਹੇ ਹੈਗੇ ਆ, ਤੇ ਇਹ ਜਿਹੜਾ ਆ ਕਿ ਓਵਰਨਾਈਟ ਕੁਛ ਨਹੀਂ ਹੋਣ ਲੱਗਾ। ਜੇ ਹੋਊਗਾ ਤਾਂ ਭਾਜੀ ਉਹਨਾਂ ਨੇ ਪਹਿਲਾਂ ਗੱਲ ਕੀਤੀ ਆ ਕਿ ਜਿੱਥੇ ਅੱਗੇ ਇੰਨਾ ਚਿਰ ਲੜਦੇ ਆ ਰਹੇ ਆ ਤਾਂ ਗਾਂ ਵੀ ਲੜਾਂਗੇ, ਕੋਈ ਗੱਲ ਨਹੀਂ ਹੈਗੀ। ਸੱਤੀ ਮੈਂ ਵੀ ਕਹਾਂ ਮੇਰੇ ਹਿਸਾਬ ਨਾਲ ਸਟੇਟਲੈਸ ਦਾ ਕੇਸ ਆਪਾਂ ਕੋਈ ਮਾੜਾ ਕੇਸ ਨਹੀਂ ਜਿੱਤਿਆ ਗਿਆ। ਮੈਨੂੰ ਪਤਾ ਕਈ ਲੋਕ ਇਹਨੂੰ ਨੈਗੇਟਿਵ ਦੇਖ ਰਹੇ ਹੈਗੇ ਆ, ਕਈ ਲੋਕ ਸੋਚਦੇ ਹੈਗੇ ਇਹਨੇ ਬੱਚੇ ਕਿਉਂ ਪੈਦਾ ਹੋਏ ਆ, ਇਹਨੇ ਬੱਚੇ ਨੇ ਮਾਪੇ ਕਿਉਂ ਪੱਕੇ ਹੋਏ ਹੈਗੇ ਆ, ਬਾਅਦ ਚ ਬੈਨੀਫਿਟ ਲੈਂਦੇ ਆ। ਮੈਂ ਇੱਥੇ ਬਹੁਤ ਹੈਰਾਨ ਆ ਕਿ ਦੇਖੋ ਅਸੀਂ ਆਪਣਾ ਪਿਛੋਕੜ ਜਿਹੜਾ ਆ, ਆਪਣੀ ਬੈਕਗ੍ਰਾਉਂਡ ਭੁੱਲ ਗਏ ਆ ਕਿ ਅਸੀਂ ਕਿੱਦਾਂ ਆਏ ਆ, ਸਾਡੇ ਬਜ਼ੁਰਗ ਕਿੱਦਾਂ ਆਏ ਆ। ਉਹਦੀ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਜਿਹੜੀ ਆ ਸਾਡੇ ਕੋਲ ਐਮਨੈਸਟੀ ਦੇ 76,000 ਜਿਹੜੇ ਸਿਗਨੇਚਰਸ ਆ ਉੱਥੇ ਰੁਕੀ ਹੋਣ ਤੇ ਇੱਕ ਐਗਜ਼ਾਮਪਲ ਆ ਕਿ ਅਸੀਂ ਚਾਹੁੰਦੇ ਨਹੀਂ ਹੈਗੇ ਕਿ ਸਾਡਾ ਭਾਈ ਭੈਣ ਜਿਹੜਾ ਪੱਕਾ ਹੋ ਜਾਵੇ। ਕਿਹੜੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ, ਇਸ ਭਲੇ ਦੀ ਕਿ ਸਰਬੱਤ ਦਾ ਭਲਾ ਮੰਗਣ ਵਾਲੇ ਸਿਰਫ 76,000 ਪੀਪਲ। ਤੁਸੀਂ ਇਹ ਗੱਲ ਹੁਣ ਐਮਸੀ ਦੀ ਗੱਲ ਕੀਤੀ ਹੈਗੀ ਆ, ਤੁਸੀਂ ਨੋਟ ਕਰੋ ਇੱਕ ਕਿਸਮ 'ਚ ਅੱਜ ਦੇ ਵਕਤ ਤੇ ਕਿਹਾ ਜਾਂਦਾ ਹੈਗਾ 1.3 ਮਿਲੀਅਨ ਲੋਕ ਕੱਚਾ ਇੱਥੇ ਰਹਿੰਦਾ ਹੈਗਾ ਜੋ ਇਸ ਵੇਲੇ ਡਰਦੇ ਸੀ ਮੁੜੇ ਆ ਕੇ ਆਪਣੀ ਵੈਕਸੀਨੇਸ਼ਨ ਹੋਣ ਵਾਸਤੇ। ਮਤਲਬ ਕਹਿਣ ਵਾਸਤੇ ਕੱਲ੍ਹ ਨੂੰ ਕਿ ਕੋਵਿਡ ਦੀ ਵੈਕਸੀਨੇਸ਼ਨ ਲਓਗੇ ਕਿ ਕੱਚਾ ਕੋਈ ਹੈਗਾ, ਉਹ ਡਰਦੇ ਸੀ ਮੁੜੇ ਆਉਣ ਨੂੰ ਵੀ ਸ਼ਾਇਦ ਉਹਨੂੰ ਫੜ ਕੇ ਡਿਪੋਰਟ ਨਾ ਕੀਤਾ ਜਾਏ। ਸਰਕਾਰ ਨੇ ਕਹਿ ਦਿੱਤਾ ਸੀ ਆਪਾਂ ਉਹਨਾਂ ਇੱਕ ਐਮਨੈਸਟੀ ਉਹਨਾਂ ਨੂੰ ਦੇ ਰਹੇ ਹਾਂਗੇ ਬਿਕੋਜ਼ ਅੱਗੇ ਕੱਲ੍ਹ ਨੂੰ ਮੁੜੇ ਆਉਂਦੇ ਹੈਗੇ, ਉਹ ਇਨਫੋਰਮੇਸ਼ਨ NHS ਹੋਮ ਆਫਿਸ ਨੂੰ ਸ਼ੇਅਰ ਨਹੀਂ ਕਰੂਗੀ, ਸ਼ੇਅਰ ਕਰਕੇ ਇਹ ਨਹੀਂ ਹੈਗਾ ਕੱਲ੍ਹ ਨੂੰ ਉਹਨੂੰ ਫਿਰ ਫੜ ਕੇ ਉਹਨੂੰ ਡਿਪੋਰਟ ਕਰੂਗੇ ਟੀਕਾ ਲਾਉਣ ਦੇ ਬਾਅਦ 'ਚ। ਸੋ ਅੱਗੇ ਉਹਨੂੰ ਇਹ ਪਤਾ ਹੈਗਾ 1.3 ਮਿਲੀਅਨ ਤੋਂ ਉੱਪਰ ਲੋਕ ਹੈਗੇ ਆ, ਇਹਦਾ ਮਤਲਬ ਸਰਕਾਰ ਨੂੰ ਆਲਰੇਡੀ ਪਤਾ ਕੱਚੇ ਇੱਥੇ ਰਹਿ ਰਹੇ ਆ। ਤਾਂ ਜਦੋਂ ਵਾਰ-ਵਾਰ ਅੱਗੇ ਆਪਾਂ ਦੇਖਿਆ ਜਾਏ ਬੋਰਿਸ ਜੌਨਸਨ ਬਿਆਨ ਦਿੰਦਾ ਹੈਗਾ ਜਿਵੇਂ 10 ਸਾਲ ਤੋਂ ਜ਼ਿਆਦਾ ਹੋ ਗਏ ਰਹਿੰਦਿਆਂ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ, ਜਿਹਨਾਂ ਕੋਲ ਰਿਕਾਰਡ ਖਰਾਬ ਨਹੀਂ ਹੈਗਾ। ਤਾਂ ਮੈਂ ਕਹਿੰਦਾ ਕਮ ਸੇ ਕਮ ਉਹ 1.3 ਮਿਲੀਅਨ ਉਹਨੂੰ ਇੱਕ ਬੰਦਾ ਤਾਂ ਜਾਣਦਾ ਹੋਊਗਾ, ਉਹ ਸਾਰੇ ਕੇ ਮੋੜੇ ਆ ਜਾਂਦੇ। ਤਾਂ ਮੈਂ ਕਹਿੰਦਾ ਰਾਤੋਂ ਰਾਤ ਆ ਐਮਨੈਸਟੀ ਦੀ ਪਟੀਸ਼ਨ ਸਾਈਨ ਹੋ ਸਕਦੀ ਸੀ। ਪਰ ਮੈਂ ਫੇਰ ਕਹਿੰਦਾ ਮੇਰੀ ਬੇਨਤੀ ਵਾਰ-ਵਾਰ ਹੈਗੀ, ਮੈਂ ਆਪਣੇ ਜਿੰਨੇ ਵੀ ਕਲਾਕਾਰ ਵੀਰ ਭਰਾ ਹੈਗੇ ਆ, ਆਪਾਂ ਗੈਰੀ ਸੰਧੂ ਲੈ ਕੇ ਗੁਰਪ੍ਰੀਤ ਘੁੱਗੀ ਹੋ ਗਿਆ, ਸੁਖਜਿੰਦਰ ਸ਼ਿੰਦਾ ਹੋ ਗਿਆ, ਮੰਗੀ ਮਾਲ ਹੋ ਗਿਆ, ਜੈਸ ਧਾਮੀ ਹੋ ਗਿਆ, ਮੈਂ ਸਾਰਿਆਂ ਨੂੰ ਅਪੀਲਾਂ ਕੀਤੀਆਂ ਕਿ ਮੁੜੇ ਆ ਕੇ ਤੁਸੀਂ ਵੀ ਇਨਕਰੇਜ ਕਰੋ ਲੋਕਾਂ ਨੂੰ ਸਾਈਨ ਕਰਨ ਵਾਸਤੇ। ਤਾਂ ਤੁਸੀਂ ਦੇਖੋ ਉਸ ਕਲਾਕਾਰਾਂ ਨੇ ਬੇਸ਼ੱਕ ਇੱਥੇ ਇੰਗਲੈਂਡ 'ਚ ਨਹੀਂ ਰਹਿੰਦੇ ਹੈਗੇ, ਇੰਡੀਆ ਬਸਿਆ ਹੈਗਾ, ਕੋਈ ਕੈਨੇਡਾ ਬਸਿਆ ਹੈਗਾ, ਪਾਕਿਸਤਾਨ 'ਚ ਵੀ ਮੇਰੇ ਕੋਲ ਕਲਾਕਾਰਾਂ ਦੇ ਮੈਨੂੰ ਮੈਸੇਜ ਆਏ ਕਹਿਣ ਵਾਸਤੇ ਤੁਸੀਂ ਕਿ ਇੰਗਲੈਂਡ 'ਚ ਕੇ ਬੈਠੇ ਹੈਗੇ ਕਿ ਤੁਸੀਂ ਇੱਕ ਦੂਜੇ ਭਲਾ ਚਾਹੁੰਦੇ ਹੈਗੇ, ਪਟੀਸ਼ਨ ਸਾਈਨ ਕਰ ਦਿਓ। ਬਿਲਕੁਲ ਬੈਂਸ ਦੇ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਸਾਰਾ ਦੇਖਿਆ ਭਾਜੀ ਕਿ ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪ ਕਲਿੱਪਾਂ ਵੀ ਦੇਖੀਆਂ, ਸਾਰਾ ਕੁਝ ਦੇਖਿਆ। ਬੇਸ਼ੱਕ ਦਿਨ ਬ ਦਿਨ ਜਿਹੜੇ ਸਿਗਨੇਚਰ ਆ ਹੁੰਦੇ ਆ ਰਹੇ ਨੇ, ਪਰ ਮੈਂ ਇਹ ਕਹਿਣਾ ਕਿ ਜਿਹੜਾ ਕੰਮ ਚੰਗੇ ਕੰਮ ਦੇ ਲਈ ਦੇਰੀ ਕਿਉਂ, ਜਿਹੜਾ ਕੰਮ ਤੁਸੀਂ ਚਾਹੁੰਦੇ ਆ ਕਿ ਹਾਂ ਵੀ ਹੋ ਜਾਵੇ ਉਹਦੇ ਲਈ ਫਿਰ ਦੇਰੀ ਕਿਉਂ। ਪਰ ਸੱਚੀ ਗੱਲ ਉੱਥੇ ਆ ਗਈ ਨਾ, ਆਪਾਂ ਭਲਾ ਵੀ ਕਿਸੇ ਸੋਚਦੇ ਨਾ, ਕਈ ਨਹੀਂ ਭਲਾ ਸੋਚਦੇ ਜਾਂ ਕਈ ਨਹੀਂ ਚਾਹੁੰਦੇ ਜਾਂ ਕਈ ਦੀ ਆਦਤ ਹੁੰਦੀ ਹੈ ਕਿ ਦੂਜੇ ਦੀ ਮਿੱਟੀ ਪੱਟਣ ਦੀ। ਮਿਨੋਰਟੀਜ਼ ਦੇ ਵਿੱਚ ਜਿਹੜੇ ਨੇ ਲੋਕ ਮਿਨੋਰਟੀਜ਼ ਦੇ ਵਿੱਚ ਭਲਾ ਚਾਹੁੰਦੇ ਨੇ ਤੇ ਮੈਜੋਰਟੀਜ਼ ਦੇ ਵਿੱਚ ਲੋਕ ਭਲਾ ਨਹੀਂ ਚਾਹੁੰਦੇ। ਜੇ ਸਾਡੇ ਕੋਲ 1 ਲੱਖ ਸਾਈਨ ਨਹੀਂ ਹੋ ਰਿਹਾ, ਇਹ ਬਹੁਤ ਵੱਡਾ ਕੁਐਸਚਨ ਆ ਸਾਡੇ ਲਈ, ਤੁਹਾਡੇ ਲਈ, ਮੈਂ ਤਾਂ ਇਹ ਕਹੂੰਗਾ ਲੋਕ ਅੱਗੇ ਆਪਾਂ ਵਕੀਲ ਵੀ ਬਣੇ ਹੈਗੇ, ਸਾਰੇ ਭਰਾ ਜਿੰਨੇ ਵੀ ਵਕਾਲਤ ਕਰਦੇ ਹੈਗੇ, ਮੈਂ ਕਹਿੰਦਾ ਸਾਡਾ ਫਰਜ਼ ਬਣਦਾ ਹੈਗਾ ਕਿ ਆਪਾਂ ਇਸ ਫੀਲਡ ਦੇ ਵਿੱਚ ਕਮਾਈ ਵੀ ਕਰਦੇ ਹੈਗੇ, ਆਪਾਂ ਇਸ ਦਾ ਭਲਾ ਵੀ ਸਾਨੂੰ ਮਿਲਦਾ ਹੈਗਾ, ਤਾਂ ਕਮ ਸੇ ਕਮ ਸਾਡਾ ਵੀ ਫਰਜ਼ ਬਣਦਾ ਵਾਪਸ ਕੁਛ ਦੇਣ ਵਾਸਤੇ। ਐਂਡ ਸਾਡੇ ਕੋਲ ਮੀਡੀਅਮ ਹੈਗਾ, ਸੋਸ਼ਲ ਮੀਡੀਆ ਹੈਗਾ, ਸਾਡੇ ਕੋਲ TV ਦੇ ਪਲੇਟਫਾਰਮਸ ਹੈਗੇ, ਰੇਡੀਓਜ਼ ਹੈਗੇ ਆ, ਜਿਹਦੇ ਆਪਾਂ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੈਗੇ ਆਪਣੇ ਵੀ ਫਾਇਦੇ ਲਈ ਤੇ ਨਾਲ ਮੈਂ ਕਹਿੰਦਾ ਤੁਹਾਡੇ ਫਾਇਦੇ ਲਈ ਵੀ। ਸੋ ਮੈਂ ਇਹ ਕਹੂੰਗਾ ਵਾਰ-ਵਾਰ ਆਪਾਂ ਇੱਕ ਦੂਜੇ ਨੂੰ ਡਿਸਕਰੇਜ ਨਾ ਕਰੀਏ, ਇੱਕ ਦੂਜੇ ਨੂੰ ਪ੍ਰਮੋਟ ਜ਼ਰੂਰ ਕਰੀਏ। ਬਿਲਕੁਲ ਇਸ ਚੀਜ਼ ਤੇ ਇਹਨਾਂ ਸਿਗਨੇਚਰਸ ਤੋਂ ਬਾਅਦ ਦੇ ਵਿੱਚ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸਾਈਨ ਕਰ ਦਿੱਤੇ ਉਹਨਾਂ ਨੂੰ ਪੱਕਾ 5 ਸਾਲ ਦਾ ਜਾਂ ਬ੍ਰਿਟਿਸ਼ ਸਿਟੀਜ਼ਨਸ਼ਿਪ ਮਿਲ ਗਈ ਜਾਂ ਇਹ ਤਾਂ ਸਿਰਫ ਇੱਕ ਸਟੈਪ ਆ ਭਾਜੀ। ਪਹਿਲਾ ਸਟੈਪ ਸਭ ਤੋਂ ਵੱਡਾ ਸਟੈਪ ਹੁੰਦਾ, ਤਾਂ ਐਕੁਇਟੀ ਆਪਾਂ 1 ਲੱਖ ਸਿੰਘ 'ਚ ਕਰ ਵੀ ਦਿੰਦੇ, ਫਿਰ ਸਾਡਾ ਫਰਜ਼ ਬਣਦਾ ਆਪਣੇ MP ਨੂੰ ਜਾ ਕੇ ਜੋੜ ਪਾ ਕੇ ਕਹਿਣ ਵਾਸਤੇ ਤੁਸੀਂ ਪਾਰਲੀਮੈਂਟ ਜਾ ਕੇ ਵੀ ਸਾਡੇ ਹੱਕ 'ਚ ਬੋਲੋ ਜੀ, ਬਿਕੋਜ਼ ਇਹ ਡਿਬੇਟ ਆ। ਡਿਬੇਟ ਦਾ ਕੀ ਮਤਲਬ, ਆਪਾਂ ਇੱਕ ਦੂਜੇ ਨੂੰ ਬੈਲੈਂਸ ਕਰ ਸਕਦੇ ਹਾਂ, ਦੇਖਣ ਵਾਸਤੇ ਇਹ ਕਦਮ ਆਪਾਂ ਚੱਕਣ ਲੱਗੇ ਇਹ ਚੰਗਾ ਜਾਂ ਮਾੜਾ ਹੈਗਾ, ਇਕਨੋਮੀ ਨੂੰ ਫਾਇਦਾ ਹੋਣਾ ਜਾਂ ਨਹੀਂ ਫਾਇਦਾ। ਸਭ ਤੋਂ ਵੱਡੀ ਡਿਬੇਟ ਹੈ ਕਿ ਮੈਨੂੰ ਪੁੱਛੋ ਕਿਹਦੇ ਵੱਲੋਂ ਹੋਣੀ ਹੈਗੀ ਆ, ਬੋਰਿਸ ਜੌਨਸਨ ਜੋ ਸਾਡੇ ਹੱਕ 'ਚ ਕਿਵੇਂ ਬੋਲਦਾ, ਤਾਂ ਦੂਸਰੇ ਪਾਸੇ
ਪ੍ਰੀਤੀ ਪਟੇਲ, ਬਿਕਾਜ਼ ਪ੍ਰੀਤੀ ਪਟੇਲ ਦਾ ਹੋਮ ਆਫਿਸ ਆ, Yeah. ਸਰਕਾਰ ਦਾ ਲੀਡਰ ਤਾਂ ਹੈਗਾ ਸਾਡੇ ਬੋਰਿਸ ਜੌਨਸਨ, ਪਰ ਕਈ ਵਾਰੀ ਇੱਦਾਂ ਲੱਗਦਾ ਇਹਨਾਂ ਆਪ ਸਹਿਮਤੀ ਨਹੀਂ ਹੁੰਦੀ ਹੈਗੀ। ਸੋ ਵਨਸ ਅਗੇਨ ਮੌਕਾ ਮਿਲੂਗਾ ਤਾਂ ਆਪਾਂ ਗੱਲ ਕਰੂੰਗੇ, ਪਰ ਮੌਕਾ ਮਿਲਣ ਵਾਸਤੇ ਸਾਨੂੰ 1 ਲੱਖ ਸਿਗਨੇਚਰ ਚਾਹੀਦੇ ਆ। ਸੋ 25,000 ਦੇ ਆਸ-ਪਾਸ ਹੈਗੀ ਸੀ ਗਿਣਤੀ। ਸੋ ਪਲੀਜ਼ ਸੰਗੋ ਨਾ, ਆਪਣੇ ਸਾਰੇ ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਕਹੋ, ਯੰਗਸਟਰਸ ਉਹ ਜਿੰਨੇ ਵੀ ਹੈ, ਈਮੇਲ ਨਹੀਂ ਹੈਗੀ, ਈਮੇਲ ਤਿਆਰ ਕਰਾ ਕੇ ਜ਼ਰੂਰ ਪਟੀਸ਼ਨ ਸਾਈਨ ਕਰ ਦਿਓ। ਤਾਂ ਬਾਕੀ ਕਮਿਊਨਿਟੀਜ਼, ਪਾਕਿਸਤਾਨੀ, ਬੰਗਾਲੀ, ਦੀ ਅਫਰੀਕਨਸ, ਚਾਈਨੀਜ਼, ਸਾਊਥ ਅਮਰੀਕਨਸ, ਸਾਰਿਆਂ ਨੂੰ ਕਹੋ ਜਿਹਨੂੰ ਮਾੜਾ ਮੋਟਾ ਕੇ ਫਾਇਦਾ ਹੋ ਸਕਦਾ ਜੂਸ ਸਾਈਨ ਕਰੇ। ਬਿਲਕੁਲ ਸਹੀ ਗੱਲ ਆ। ਤੇ ਇਹ ਅੱਜ ਦਾ ਪ੍ਰੋਗਰਾਮ ਤਾਂ ਮੇਰਾ ਖਿਆਲ ਬਈ ਮਿਹਣਿਆਂ ਤੇਣਿਆਂ 'ਚ ਲੱਗ ਗਿਆ ਹੈਗਾ ਆ। ਤੇ ਬਾਕੀ ਇਹ ਆ ਕਿ ਰਿਕੁਐਸਟ ਆ ਸਾਰਿਆਂ ਨੂੰ ਕਿ ਤੀਰ ਤੇ ਤੁੱਕਾ ਨਹੀਂ, ਇਹ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਖੁਸ਼ੀ ਦੀ ਲਹਿਰ ਜਿਹੜੀ ਆ ਇਸ ਸਟੇਟਲੈਸ ਦੇ ਕੇਸਾਂ ਦੇ ਅੰਡਰ ਨਿਕਲ ਕੇ ਆਈ ਆ। ਸੋ ਸਾਰੇ ਜਣੇ ਇੱਕ ਦੂਜੇ ਦੀ ਸਪੋਰਟ ਕਰੀਏ ਬਜਾਏ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ। ਤੇ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਆਪਾਂ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਤੁਸੀਂ ਰੱਖਿਓ ਆਪੋ ਆਪਣਾ ਖਿਆਲ, ਗੌਰਮੈਂਟ ਦੀਆਂ ਗਾਈਡਲਾਈਨਸ ਦਾ ਸਪੈਸ਼ਲੀ, ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।